या हाँ बापू माल तैयार या सत श्री अकाल क्या राय नूं इहदी ढोलकी ਉਹ ਤੇਰੀ ਘਰ ਵਾਲੀ ਕੀ ਨਾ ਉਹਦਾ ਜੀ ਬਿਜਲੀ ਉਹ ਏਦਾਂ ਕਰ ਉਹਨੂੰ ਨਾਲ ਲੈ ਕੇ ਦਰਿਆ ਤੋਂ ਪਾਰ ਉੱਚੇ ਪਿੰਡ ਜਾਣਾ ਕਿਆ ਬਾਕੀ ਗੱਲ ਸਮਝਾ ਦੇ ਇਹਨੂੰ ਸਾਰੀ ਜੇ ਬਿਜਲੀ ਨੂੰ ਨਹੀਂ ਲਿਜਾਣਾ ਬੇਸ਼ੱਕ ਛੁੱਟੀ ਨੂੰ ਲੈ ਜਾਵੇ ਸਰਦਾਰ ਜੀ ਮੇਰਾ ਚਿੱਤ ਨਹੀਂ ਕਰਦਾ ਜੀ ਇਹ ਕੰਮ ਕਰਨ ਨੂੰ ਤੁਸੀਂ ਕਿਤੇ ਹੋਰ ਨੂੰ ਕਹਿ ਦਿਓ ਕੀ ਗੱਲ ਹੋ ਗਈ ਆ ਤੈਨੂੰ ਹੁਣ ਕੀ ਬਿਮਾਰੀ ਪੈ ਗਈ ਸਰਦਾਰ ਜੀ ਢੋਲਕੀ ਵੀ ਆਣਾ ਸਾਡੇ ਪੁਰਖਿਆਂ ਦਾ ਕੰਮ ਆ ਜੀ ਤੇ ਜੱਗਾ ਸਾਡਾ ਢੋਲਕੀ ਨੂੰ ਗਲਤ ਕੰਮ ਵਾਸਤੇ ਇਸਤੇਮਾਲ ਕਰਨਾ ਚੰਗਾ ਨਹੀਂ ਲੱਗਦਾ ਜੀ ਓਏ ਉਹ ਤੈਨੂੰ ਤੇਰੇ ਪੁਰਖੇ ਕਿੱਥੋਂ ਚੇਤੇ ਆ ਗਏ ਠੂਣਿਆ ਹੁਣ ਕੰਮ 'ਚ ਨੰਨਾ ਨਾ ਪਾ ਕੰਮ ਛੇਤੀ ਨਿਬੇੜ ਕੇ ਆ ਬਾਕੀ ਗੱਲ ਤੇਰੇ ਨਾਲ ਮੈਂ ਬਾਅਦ 'ਚ ਕਰੂੰਗਾ ਸਾਰਾ ਪਲਾਨ ਬਣਦਾ ਹੁਣ ਕੁਝ ਨਹੀਂ ਹੋਣਾ ਐਵੇਂ ਭਾਣਾ ਪੈ ਪਲਾਨ ਸਮਝ ਲੈ ਜਲਦੀ ਪਿੰਡ ਵੜਦੇ ਹੀ ਸਰਕਾਰੀ ਸਕੂਲ ਦੇ ਪਿੱਛੇ ਖੇਤਾਂ ਵਿੱਚ ਕੋਠੀ ਦਿਸੂਗੀ ਤੇ ਕੋਠੀ ਉੱਪਰ ਲਾਲ ਮਰੂਤੀ ਉੱਥੇ ਚਲਾ ਜਾਣੀ ਸਰਦਾਰ ਜੀ ਉੱਚਾ ਪਿੰਡ ਤਾਂ ਇੱਥੋਂ ਬਹੁਤ ਦੂਰ ਹੈ ਜੀ 10-15 ਮੀਲ ਦਾ ਦਰਿਆ ਹੀ ਆ ਗਾਂ 10-15 ਮੀਲ ਪਿੰਡ ਆ ਜੀ ਤਾਂ ਕੀ ਮਰਨ ਲੱਗਾ ਉਹ ਜਿੰਨੇ ਪੈਸੇ ਤੈਨੂੰ ਮਹੀਨੇ 'ਚ ਮਿਲਦੇ ਆ ਨਾ ਉਹਨੇ ਤੈਨੂੰ ਦਿਹਾੜੀ 'ਚ ਮਿਲ ਜਾਣੇ ਆ ਮਾਲ ਢੋਲ ਦੇ ਪੈਸਿਆ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੂੰ ਇੱਕ ਗੀਤ ਗਾਉਣਾ ਕਿ ਚਿੱਟੇ ਸੂਟ ਦੇ ਦਾਗ ਪੈ ਗਏ ਬੜੀ ਤੇਰੀ ਦੀ ਯਾਰਾ ਤੇ ਕਣੀਆਂ 'ਚ ਮੈਂ ਭਿੱਜ ਗਈ ਤੈਨੂੰ ਮੈਨੇ ਆਉਂਦੀ ਦਿਲਦਾਰਾ ਇਹ ਗਾਣਾ ਸੁਣ ਕੇ ਪਛਾਣ ਪੱਕੀ ਕਰ ਲਈ ਕੋਈ ਬੰਦਾ ਤੈਨੂੰ ਇੱਕ ਪੁਰਾਣੇ ਗੀਤ ਦੀ ਸਿਫਾਰਿਸ਼ ਕਰੂਗਾ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਆ ਕਿਤੇ ਲੰਘ ਨਾ ਜਾਵੇ ਯਾਰ ਮੇਰਾ ਤੇ ਬਾਕੀ ਗੱਲ ਉਹਨੇ ਆਪੇ ਹੀ ਕਰ ਲੈਣੀ ਆ ਸਰਦਾਰ ਜੀ ਉੱਥੇ ਸਾਡੀ ਬਰਾਦਰੀ ਵਾਲੇ ਹੋਰ ਵੀ ਬੰਦੇ ਆਏ ਹੋਏ ਜੀ ਉੱਥੇ ਇੱਕ ਫੰਕਸ਼ਨ ਰੱਖਿਆ ਹੋਇਆ ਵਧਾਈਆਂ ਮੰਗਣ ਵਾਲੇ ਤਾਂ ਹੋਣਗੇ ਹੀ ਓਏ ਤੂੰ ਗਾਂ ਸੋਣਾ ਜਿਸ ਬੰਦੇ ਨੇ ਗੀਤ ਦੀ ਸਿਫਾਰਿਸ਼ ਕੀਤੀ ਸੀ ਨਾ ਉਹ ਦੁਬਾਰਾ ਕੋਠੀ ਦੇ ਅੰਦਰ ਜਾ ਕੇ ਬਾਹਰ ਆਊਗਾ ਜਦੋਂ ਵਾਪਸ ਕੋਠੀ ਦੇ ਅੰਦਰ ਜਾਣ ਲੱਗੂਗਾ ਤੂੰ ਵੀ ਮੰਗਦਾ ਹੋਇਆ ਉਹਦੇ ਪਿੱਛੇ ਪਿੱਛੇ ਅੰਦਰ ਚਲਾ ਜਾ ਤੇ ਆਪਣੀ ਢੋਲਕੀ ਵੀ ਨਾਲ ਲੈ ਕੇ ਜਾਈ ਬਿਜਲੀ ਬਾਹਰ ਹੀ ਖੜੀ ਰਹੂਗੀ ਉਹ ਮਾਲ ਢੋਲਕੀ ਚੋਂ ਕੱਢ ਲਊਗਾ ਤੈਨੂੰ ਐਵੇਂ ਝੂਠੇ ਝੂਠੇ ਧੱਕੇ ਮੁੱਕੇ ਮਾਰੂਗਾ ਗਾਲਾਂ ਵਗੈਰਾ ਕੱਢੂਗਾ ਤੂੰ ਪਾਰਟੀ ਹੋਏ ਢੋਲਕੀ ਲੈ ਕੇ ਡਰਿਆ ਤੇ ਸਹਿਮਿਆ ਹੋਇਆ ਵਾਪਸ ਬਾਹਰ ਆ ਸਮਝ ਗਿਆ ਹਾਂਜੀ ਇਸ ਰੌਲੇ ਰੱਪੇ ਨੂੰ ਸੁਣ ਕੇ ਕੁਝ ਲੋਕ ਤੈਨੂੰ ਸੱਚੀ ਕੁੱਟ ਮਾਰ ਸਕਦੇ ਆ ਗਾਲਾਂ ਵਗੈਰਾ ਕੱਢ ਸਕਦੇ ਆ ਪਰ ਉਹਨਾਂ ਵਿੱਚ ਇੱਕ ਬੰਦਾ ਤੇਰੇ ਪੱਖ ਦਾ ਹੋ ਕੇ ਤੇਰਾ ਬਚਾਅ ਕਰੂਗਾ ਤੈਨੂੰ ਪੈਸੇ ਦੇ ਕੇ ਚੁੱਪ ਕਰਾਊਗਾ ਉਹ ਪੈਸੇ ਲੈ ਕੇ ਸਾਰੇ ਦੇ ਸਾਰੇ ਬਿਜਲੀ ਨੂੰ ਦੇ ਤੇ ਬਾਕੀ ਤੇਰਾ ਹਿਸਾਬ ਇੱਥੇ ਹੋ ਜਾਊਗਾ ਇੱਕ ਗੱਲ ਹੋਰ ਇਸ ਪਲਾਨ ਦੀ ਬਿਜਲੀ ਨੂੰ ਭਣਕ ਨਹੀਂ ਲੱਗਣੀ ਚਾਹੀਦੀ ਓਏ ਸਮਝ ਗਿਆ ਠੀਕ ਹੈ ਜੀ ਪਰ ਸਰਦਾਰ ਜੀ ਜੇ ਰਾਸਤੇ ਕੋਈ ਦਿੱਕਤ ਆਈ ਤਾਂ ਜੀ ਉਹ ਤੂੰ ਉਹਦੀ ਚਿੰਤਾ ਨਾ ਕਰ
ਉਹਦਾ ਬੰਦੋਬਸਤ ਮੈਂ ਕੀਤਾ ਹੋਇਆ। ਮੇਰੇ 2 ਬੰਦੇ ਤੇਰੇ ਤੇ ਨਿਗਾਹ ਰੱਖਣਗੇ। ਤੂੰ ਬਸ ਛੇਤੀ ਤੋਂ ਛੇਤੀ ਮਾਲ ਪਹੁੰਚਾ ਕੇ ਆ। ਚੱਲ ਹੁਣ ਠੀਕ ਆ ਸਰਦਾਰ ਜੀ, ਇਸ ਵਾਰ ਤਾਂ ਮੈਂ ਇਹ ਕੰਮ ਕਰ ਦਿੰਦਾ, ਪਰ ਮੈਨੂੰ ਅੱਗੇ ਤੋਂ ਇਹ ਕੰਮ ਨਾ ਕਹੀਓ ਤੇ ਮੈਂ ਇਸ ਕੰਮ ਦੇ ਪੈਸੇ ਕੋਈ ਨਹੀਂ ਲੈਣੇ ਜੀ। ਲੈ, ਓ ਬਾਪੂ ਮੰਨਦਾ ਵੇ ਮੇਰੇ ਪਲਾਨ ਨੂੰ। ਜਾ ਉਹ ਤੇਰੇ ਕਰਕੇ ਪੁੱਤ ਤਾਂ ਘਰ ਘਰ ਜੰਮਣ। ਤੇਰੇ ਵਰਗੇ ਪੇ ਵੀ ਬਾਪੂ ਸਾਰੇ ਪੰਜਾਬ ਚ ਚਿੱਟਾ ਹੀ ਚਿੱਟਾ ਕਰ ਦਿਆਂਗੇ ਬਾਪੂ। ਚਿੱਟਾ ਹੀ ਚਿੱਟਾ ਓਏ ਨਸ਼ਿਆਂ ਦੇ ਦਰਿਆ ਵਗਾ ਦਿਆਂਗੇ ਦਰਿਆ। ਚੱਲ ਬਾਪੂ ਚੱਲੀਏ। ਰਾਜੂ ਆ ਜਾ। ਕੀ ਹਾਲ ਚਾਲ ਬਾਪੂ ਤੇਰਾ? ਆ ਜਾ ਵੇ ਰਾਜੂ। ਬਸ ਵਧੀਆ ਬਾਪੂ, ਤੂੰ ਸੁਣਾ ਕਿਵੇਂ ਸਿਹਤਾਂ? ਬਸ ਠੀਕ ਆ। ਤੇਰੇ ਨਾਂ ਤੂੰ ਬਸ ਬਾਪੂ ਟਾਈਮ ਹੀ ਨਹੀਂ ਲੱਗਦਾ। ਆ ਲੈ ਬਸ ਬਈ ਤੇਰਾ ਪੁੱਤ ਹੁਣ ਕਮਾਊ ਹੋ ਗਿਆ। ਓਏ ਬਾਪੂ ਆਪਣੇ ਪ੍ਰੋਗਰਾਮ ਤਾਂ ਲੱਗੇ ਰਹਿੰਦੇ ਆ ਅੱਛਾ। ਬਈ ਕਦੀ ਜਠੇਰਿਆਂ ਤੇ, ਹਾਂ ਕਦੀ ਪੰਜਾਬੀ ਸਿੰਗਰਾਂ ਨਾਲ ਅੱਛਾ ਤੇ ਕਦੀ ਜਗਰਾਤਿਆਂ ਦੇ। ਅੱਛਾ। ਬਈ ਸੁੱਖ ਨਾ ਤੇਰੇ ਰਾਜੂ ਦੇ ਢੋਲ ਦੀਆਂ ਧੁੰਮਾਂ ਚਾਰੇ ਪਾਸੇ ਪੈਂਦੀਆਂ। ਲੈ ਉਹ ਚੰਗਾ ਰਿਹਾ, ਉਹ ਢੋਲਕੀ ਦੇ ਨਾਲ ਨਾਲ ਢੋਲ ਤੇ ਵੀ ਹੱਥ ਸਿੱਧਾ ਕਰ ਲਿਆ। ਹੋਰ ਕੀ ਬਾਪੂ, ਹਾਂ ਬਈ ਤੇਰੇ ਦਾ ਰਗਾ ਚ ਜਾਨ ਨਹੀਂ। ਹਾਂ। ਤੇਰੀ ਤਾਂ ਢੋਲਕੀ ਵੀ ਟਿਪ ਟਿਪ ਕਰਦੀ ਆ ਤੇ ਬੀਬੀ ਦਾ ਵੀ ਬਸ ਸਰਿਆ ਪਿਆ। ਆ ਕੀ ਕਰਾਂ, ਆ ਬੀਬੀ ਤੇਰੀ ਜੁਗਨੀ ਨੂੰ ਨੱਚਣੀ ਨਹੀਂ ਦਿੰਦੀ। ਆ ਗਾਣੇ ਤੇ ਢੋਲਕੀਆਂ ਦੀ ਆਵਾਜ਼ ਕੌਣ ਸੁਣਦਾ? ਆ ਸਾਰੇ ਨੱਚਦੀ ਜਨਾਨੀ ਵਾ ਵੇਚਦੇ ਰਹਿੰਦੇ ਆ। ਉਹ ਚੱਲ ਬਾਪੂ ਐਵੇਂ ਮਨ ਨਹੀਂ ਛੋਟਾ ਕਰੀਦਾ। ਉਹ ਏਦਾਂ ਕਰਿਆ ਕਰ, ਹਾਂ ਬਈ ਬਿਜਲੀ ਨੂੰ 2-3 ਵਾਰ ਲੈ ਜਾ ਕਰ ਆਪਣੇ ਨਾਲ। ਅੱਛਾ ਠੀਕ ਆ? ਹਾਂ ਬਈ ਉਹ ਨੱਚਦੀ ਵੀ ਬਿਜਲੀ ਵਾਂਗ ਆ ਤੇ ਉਹਦਾ ਨਾਂ ਵੀ ਬਿਜਲੀ ਆ। ਅੱਛਾ ਮੈਂ ਕਿਹਾ ਜਦੋਂ ਆਇਆ ਪਹੁੰਚਾ ਚੱਕਦੀ ਹੈ ਨਾ, ਹਾਂ ਆ ਨੋਟਾ ਦੇ ਤਾਂ ਮੀਂਹ ਵਰ ਜਾਂਦਾ। ਕੀ ਬਾਤ ਹੈ। ਪਰ ਇੱਕ ਗੱਲ ਆ ਬਾਪੂ, ਹਾਂ ਉਹ ਕੋਲ ਨਾ ਤੇਰੇ ਪੁਰਾਣੇ ਗਾਣੇ ਤੇ ਨੱਚਿਆ ਨਹੀਂ ਜਾਣਾ। ਤੇ ਤੈਨੂੰ ਨਵੇਂ ਗਾਣੇ ਸਿੱਖਣੇ ਪੈਣੇ। ਲਾ ਲਓ ਓਏ ਪੰਜਾਬੀ ਗਾਣੇ ਵੀ ਮੈਂ ਕਿੰਨੇ ਕੇ ਚੇਤੇ ਕਰੀ ਜਾਵਾਂ। ਆ ਸਵੇਰੇ ਵੇਲੇ ਨਵੇਂ ਹੁੰਦੇ ਆ, ਆ ਦੁਪਹਿਰੇ ਵੇਲੇ ਬੇਹੇ ਹੋ ਜਾਂਦੇ ਆ, ਆ ਤੀਜੇ ਦਿਨ ਤਾਂ ਕੋਈ ਸੁਣ ਕੇ ਨਹੀਂ ਰਾਜੀ ਹੁੰਦਾ। ਉਹ ਮੇਰੀ ਸੁਣ ਲਾ, ਹਾਂ ਉਹ ਮੈਂ ਗਿਆ ਇੱਕ ਪ੍ਰੋਗਰਾਮ ਤੇ, ਅੱਛਾ ਉੱਥੇ ਤੇਰਾ ਮੈਂ ਪੁਰਾਣਾ ਜਿਹਾ ਗਾਣਾ ਗਾਤਾ। ਕਿਹੜਾ? ਆ ਸੁਣ ਵੇ ਵਜਾ ਜਰਾ ਢੋਲਕੀ। ਆ ਲੈ ਫੇ ਲੈ ਚੱਕ ਲਾ ਜਰਾ ਬਾਪੂ। ਏ ਬੈਠਾ ਹੈ ਘਰ ਜੰਮਿਆ ਪੁੱਤ ਵੇ ਨਰੰਜਣਾ। ਉਹ ਤੈ ਘਰ ਜੰਮਿਆ ਪੁੱਤ ਵੇ ਨਰੰਜਣਾ। ਸਰੂ ਦੀ ਆਈ ਰੁੱਤ ਵੇ ਨਰੰਜਣਾ। ਮਾਰ ਨਗਾਰਾ ਪੁੱਤ ਵੇ ਨਰੰਜਣਾ। ਉਹ ਚੁੱਪ ਕਰ ਓਏ। ਹਾਂ ਏਦਾਂ ਇੱਕ ਮੈਨੂੰ ਬੁੜੇ ਨੇ ਕਿਹਾ, ਹਾਂ ਉਹ ਕਹਿੰਦਾ ਕੀ ਕਥੇ ਜੇ ਗਾਣੇ ਲਾਈ ਜਾਂਦਾ। ਵੇ ਤੂੰ ਕੀ ਕੀਤਾ? ਕਹਿੰਦਾ ਕੋਈ ਚੋਂਦਾ ਜਾਂ ਚੁਣਵਾ ਜਾਂ ਗਾਣਾ ਸੁਣਾ। ਤੇ ਤੂੰ ਕਿਹੜਾ ਸੁਣਾਇਆ? ਲੈ ਸੁਣ ਫੇਰਾ। ਲੈ ਏ ਸੁਣਾ ਫੇ। ਓਏ ਲੱਕ 20 ਇੱਕ ਕੁੜੀ ਦਾ ਪੁੱਤੀ ਕੁੜੀ ਦਾ ਪੁੱਤੀ ਅੱਛਾ ਫੇ ਤੂੰ ਆ ਸੁਣਾਇਆ? ਮੈਂ ਕਿਹਾ ਬਾਪੂ ਜੇ ਤਾਂ ਤੂੰ ਬਿਜਲੀ ਨੂੰ ਨਾਲ ਲੈ ਕੇ ਜਾਣਾ ਨਾ ਹਾਂ ਤਾਂ ਤੈਨੂੰ ਨਵੇਂ ਗਾਣੇ ਚੇਤੇ ਹੀ ਕਰਨੇ ਪੈਣੇ ਆ। ਠੀਕ ਆ? ਠੀਕ ਆ। ਨਹੀਂ ਨੱਚਿਆ ਜਾਣਾ ਪੁਰਾਣੇ ਗਾਣਿਆਂ ਤੇ। ਹਾਂ ਬੀਬੀ ਅੰਦਰ ਹੀ ਨਾ ਹਾਂ। ਆ ਬਿਜਲੀ ਨੂੰ ਹਸਪਤਾਲ ਲੈ ਕੇ ਗਈ ਰਹੀ ਆ। ਅੱਛਾ ਬਾਪੂ ਇੱਕ ਗੱਲ ਆਖਾਂ, ਹਾਂ ਵੀ ਜੁਗਨੀ ਆਪਣੀ ਹੱਥਾਂ ਦੀ ਬੜੀ ਕਾਰੀਗਰ। ਇਹ ਤਾਂ ਗੱਲ ਸਹੀ ਹੈ। ਇੰਨੇ ਸੋਹਣੇ ਸੂਟ ਦਿੰਦੀ ਹੈ ਹਾਂ। ਨਾ ਵੀ ਆਲੇ ਦੁਆਲੇ ਗੱਲਾਂ ਹੁੰਦੀਆਂ ਹਾਂ। ਤੇ ਸਾਡੀਆਂ ਜਨਾਨੀਆਂ ਅੱਡੀਆਂ ਹੀ ਮਾਰਦੀਆਂ ਰਹਿੰਦੀਆਂ। ਚੱਲ ਚੰਗਾ ਬਾਪੂ ਮੈਂ ਚੱਲਦਾ। ਠੀਕ ਆ? ਆ ਬੀਬੀ ਨੂੰ ਕਹਿ ਦੇਈ, ਤੂੰ ਚਿੰਤਾ ਨਾ ਕਰ, ਮੈਂ ਕਰ ਲੂ ਗੱਲ। ਮੈਂ ਕਿਹਾ ਯਾਰ ਨਾ ਕਹਿ ਦੇਈ ਆਪਣਾ ਪ੍ਰੋਗਰਾਮ ਨਾ ਲਾਈ ਜਾਈ। ਮੈਂ ਕਿਹਾ ਤੂੰ ਚਿੰਤਾ ਨਾ ਕਰ। करके जाओ बेटा कितना बुरा हाल होया होया ठीक करके जाओ वो साडा एलडी भी नहीं चलता वो भी ठीक करो आके सारे नाटक कोई देख ही नहीं हुंदा ठीक करो आके कौन है अच्छा हीरो कितना याद आ गई आज
ਬੱਚੀ ਸੰਦੀ ਸਾਡੀ ਆਪਣੀ ਭੈਣ ਦੀ ਬੈਠ ਜਾ ਬੈਠ ਜਾ ਬਸ ਤੈਨੂੰ ਹੀ ਮਿਲਣ ਆਈ ਸੀ ਜੀਜਾ ਨਹੀਂ ਦਿਸਦਾ ਕਿਤੇ ਤੈਨੂੰ ਪਤਾ ਹੀ ਆ ਅੱਜ ਕੱਲ੍ਹ ਦੇ ਕੰਮ ਦਾ ਬੜਾ ਜ਼ੋਰ ਹੈ ਤੇ ਉਹ ਵੀ ਕਦੀ ਕਦੀ ਕੌਮੀ ਦੇ ਨਾਲ ਕੰਮ 'ਚ ਚਲਾ ਜਾਂਦਾ ਤੂੰ ਸੁਣਾ ਘਰੇ ਸਭ ਠੀਕ ਹੈ ਹਾਂ ਹਾਂ ਘਰ ਤਾਂ ਸਾਰੇ ਠੀਕ ਆ ਅੱਛਾ ਇੱਕ ਮਿੰਟ ਕੁਝ ਦੇਰ ਠੰਡਾ ਠੰਡਾ ਪੀ ਲਾ ਰਾਮੂ ਇੱਕ ਤਾਂ ਨੌਕਰਾਂ ਨੇ ਬੜਾ ਤੰਗ ਕੀਤਾ ਹੋਇਆ ਔਰ ਰਾਮੂ ਠੰਡਾ ਲੈ ਕੇ ਆ ਆ ਭੈਣ ਆਈ ਮੇਰੀ ਐਨੀ ਲੇਟ ਕਾ ਆਇਆ ਇਹਦਾ ਪੀ ਪੀ ਆਇਆ ਹਾਂ ਆ ਵੀ ਤੇਰਾ ਹੀ ਹੈ ਆ ਵੀ ਤੇਰਾ ਹੀ ਹੈ ਆ ਵੀ ਤੇਰਾ ਹੋਰ ਸਾਰਾ ਠੀਕ ਹੈ ਪੀਲਾ बोतल भी ना भी दे दो भी अच्छा घर भी ला जी मेरी ठंड कुछ ਗਰਮੀ हाँ और साडा एसी खराब हो गई कोल करती पई सी जा ठहर के बुलानी है और सुना घरे सब ठीक है ਹਾਂ ਘਰ ਤਾਂ ਸਾਰੇ ਠੀਕ ਆ ਆਪਣੇ ਰਾਜੂ ਦੇ ਘਰੋਂ ਬਿਜਲੀ आहो ਉਹਦੇ ਵੱਲ ਖੁਸ਼ਖਬਰੀ ਆ ओ लेता बधाइयां फिर तो तेन बहुत बात है अच्छा ਤੇ ਡਾਕਟਰ ਨੇ ਉਹਨੂੰ ਨਾ ਰੈਸਟ ਦੱਸੀ ਆ अच्छा ਤੇ ਉਧਰੋਂ ਪ੍ਰੋਗਰਾਮਾਂ ਦਾ ਬਾਹਲਾ ਜ਼ੋਰ ਆ आहो ਮੈਂ ਕਹਿੰਦੀ ਸੀ ਤੂੰ ਸਾਡੇ ਨਾਲ ਨਾ ਥੋੜੇ ਜਿਹੇ ਪ੍ਰੋਗਰਾਮ ਕਢਵਾ ਦੇ ਤੈਨੂੰ ਪਤਾ ਹੀ ਆ ਜਦ ਦਾ ਬੋਵੀ ਨੇ ਕੰਮ ਸੰਭਾਲਿਆ ਨਾ ਬਈ ਅਸੀਂ ਤਾਂ ਨਾ ਨੱਚਣਾ ਛੱਡ ਦਿੱਤਾ ਮੈਨੂੰ ਤਾਂ ਨੱਚਿਆ ਨਾ ਮੁੱਦਤਾਂ ਹੀ ਹੋ ਗਈਆਂ ਇਹ ਸੱਚ ਪੁੱਛੇ ਤਾਂ ਨਾ ਹੁਣ ਤਾਂ ਸਾਨੂੰ ਤਾਂ ਨੱਚਣ ਉੱਚਣ ਦੀ ਲੋੜ ਹੀ ਨਹੀਂ ਪਈ ਚੱਲ ਤੇ ਕਿਹੜਾ ਨੱਚਣਾ ਭੁੱਲ ਗਿਆ ਤੈਨੂੰ ਯਾਦ ਆ ਜਦੋਂ ਆਪਾਂ ਦੋਵੇਂ ਭਾਪੇ ਨਾਲ ਜਾਂਦੇ ਸੀ ਆਹੋ ਲੈ ਤਾਂ ਦੱਸ ਦਾ ਪੁੱਛੀ ਹੈ ਕਿਤੇ ਪਾਪਾ ਤੇਰੀ ਤਾਰੀਫ ਕਰਦਾ ਸੀ ਤੂੰ ਮੇਰੇ ਨਾਲੋਂ ਵਧੀਆ ਨੱਚਦੀ ਸੀ ਆਹੋ ਆਹੋ ਮੈਨੂੰ ਸਭ ਪਤਾ ਮੈਨੂੰ ਚੇਤਾ ਆਉਂਦਾ ਆ ਪੂਰਾ ਯਾਦ ਆ ਮੈਨੂੰ ਪਤਾ ਕੀ ਆ ਜੇ ਹੁਣ ਵੀ ਨਾ ਮਾੜਾ ਜਿਹਾ ਨੱਚਣੇ ਨੂੰ ਦਿਲ ਕਰੇ ਨਾ ਹਾਂ। ਸੀੜੀ ਨਾਲ ਨੱਚ ਲਈਦਾ ਅੱਛਾ ਤੇਰਾ ਜੀਜਾ ਵੀ ਨਾ ਢੋਲਕੀ ਨਾਲ ਹੀ ਚਾਅ ਪੂਰਾ ਕਰ ਲੈਂਦਾ ਮੈਂ ਨੱਚਦੀ ਨੂੰ ਕਿਤੇ ਸਾਹ ਨਹੀਂ ਚੜਦਾ ਔਰ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਆ ਫੇਰ ਚੰਦਾ ਭੈਣ ਕਿੱਦਾਂ ਕਰ ਹੁਣ ਪ੍ਰੋਗਰਾਮਾਂ ਦਾ ਜ਼ੋਰ ਆ ਵਿਆਹ ਸ਼ਾਦੀਆਂ ਦਾ ਸਾਡੇ ਨਾਲ 4 ਪ੍ਰੋਗਰਾਮ ਕਢਵਾ ਦੇ ਤੂੰ ਆਪਣੇ ਜੀਜੇ ਨਾਲ ਚੱਲ ਜਾ ਕਰੀ ਤੇ ਮੈਂ ਰਾਤ ਨਾਲ ਢੋਲਕੀ ਤੇ ਚੱਲ ਜਾ ਕਰੂੰਗੀ ਦੇਖ ਸੱਚ ਕਹਾਂ ਕਿ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਪਰ ਪੱਕੀ ਸਲਾਹ ਹੈ ਮੈਂ ਤੈਨੂੰ ਬੋਬੀ ਦੇ ਭਾਪੇ ਨਾਲ ਆ ਫੋਨ ਤੇ ਦੱਸ ਦੂੰਗੀ ਸਾਰੀ ਗੱਲਬਾਤ ਫੋਨ ਤੇ ਦੱਸ ਦੂੰਗੀ ਮੈਂ ਹੁਣ ਲੈ ਭੈਣ ਸਾਡੇ ਗਰੀਬਾਂ ਕੋਲ ਫੋਨ ਕਿੱਥੇ ਆ ਉਹ ਜੇ ਤੁਸੀਂ ਜਾਣ ਬੁੱਝ ਕੇ ਨਰਕ ਝਗੜਾ ਰੱਖੋ ਕੀ ਜਾਓ ਜੇ ਮੈਂ ਵੀ ਤੇਰੇ ਵਾਂਗੂ ਨਾ ਅੱਟੀਆਂ ਰਗੜ ਕੇ ਨੱਚ ਕੇ ਮੰਗਦੀ ਹੁੰਦੀ ਨਾ ਤਾਂ ਮੇਰਾ ਹਾਲ ਵੀ ਤੇਰਾ ਵਰਗਾ ਹੀ ਹੋਣਾ ਸੀ ਪਰ ਇੱਧਰ ਵੇਖ ਲੈ ਤੇਰੇ ਪੱਕਾ ਚਵਾਰਾ ਟੀਵੀ ਫ੍ਰਿਜ ਆ ਬਾਹਰ ਕੱਪੜੇ ਧੋਣ ਵਾਲੀ ਮਸ਼ੀਨ ਆਈ ਨਹੀਂ ਤੂੰ ਬ੍ਰਾਂਡ ਚ ਕੱਪੜੇ ਧੋਣ ਵਾਲੀ ਮਸ਼ੀਨ ਕੱਪੜਾ ਜੀ? ਉਹ ਕੱਪੜੇ ਧੋਣ ਵਾਲੀ ਮਸ਼ੀਨ ਆ ਹੋਰ ਤਾਂ ਹੋਰ ਆ ਬਾਹਰ ਮੇਰੀ ਸਕੂਟਰੀ ਖੜੀ ਆ ਹੋਰ ਤੂੰ ਆ ਦੇਖ ਤੂੰ ਕਿਹੜੀ ਚੀਜ਼ ਨਹੀਂ ਕਿਹੜਾ ਸੁੱਖ ਨਹੀਂ ਮੇਰੇ ਕੋਲ ਬਾਹਰ ਸਾਰਾ ਕੁਝ ਤੈਨੂੰ ਨਹੀਂ ਮਿਲ ਸਕਦਾ ਮੈਨੂੰ ਹੋਰ ਮੈਨੂੰ ਇੰਨੇ ਪੈਸੇ ਕੌਣ ਦਊਗਾ ਇਹ ਟਰੈਕ ਮੰਡੀ ਵਿੱਚ ਉਸੇ ਚੀਜ਼ ਦਾ ਮੁੱਲ ਵਟਿਆ ਜਾਂਦਾ ਜਿਸ ਚੀਜ਼ ਦਾ ਖਰੀਦਦਾਰ ਹੋਵੇ ਤੈਨੂੰ ਵੀ ਸਾਰੇ ਪੈਸੇ ਮਿਲ ਸਕਦੇ ਆ ਪਰ ਮੈਨੂੰ ਤੈਨੂੰ ਨਹੀਂ ਹਾਂ ਜੁਨੀ ਨੂੰ ਵੇਸ ਝੁਕਦੀ ਨੂੰ ਹੋਰ ਕੀ ਪਰ ਉਹਦੇ ਲਈ ਨਾ ਕੋੜਾ ਕੁੱਟ ਭਰਨਾ ਪੈਂਦਾ ਹੈ ਇੱਕ ਵਾਰੀ ਕੋੜਾ ਕੁੱਟ ਭਰ ਲਿਆ ਐਕਸ਼ਨ ਹੀ ਐਕਸ਼ਨ ਪੈਸਾ ਹੀ ਪੈਸਾ ਬਸ ਨਾ ਥੋੜਾ ਜਿਹਾ ਦਿਲ ਨੂੰ ਸਮਝਾ ਤੇ ਜੁਗਨੀ ਨੂੰ ਜੇ ਤੂੰ ਆ ਕੰਮ ਤੇ ਲਾ ਲਵੇਂ ਨਾ ਤੇ ਬੋਬੀ ਨਾ ਜੁਗਨੀ ਦੀ ਜਾਮੜੀ ਦੇ ਸਕਦੀ ਆ ਤੇ ਬੋਬੀ ਦਾ ਉਸਤਾਦ ਵੀ ਉਹਦੀ ਬਹੁਤ ਗੱਲ ਮੰਨਦਾ ਉਸਤਾਦ ਉਸਤਾਦ ਕੌਣ ਆ ਤੂੰ ਅੰਬ ਖਾਣੇ ਕੇ ਬੁੱਢੇ ਕਹਿੰਦੇ ਕਿੱਥੇ ਜਾਣਾ ਕਿਹਦੇ ਨਾਲ ਜਾਣਾ ਕਿਹੜੇ ਡੀਜੇ ਨਾਲ ਜਾਣਾ ਕਦੋਂ ਆਣਾ ਸਭ ਕੰਮ ਉਸਤਾਦਾਂ ਦਾ ਉਹ ਸਾਡੀ ਕੋਈ ਸਰਦਾਰੀ ਨਹੀਂ ਹੈ
ਅਸੀਂ ਤਾਂ ਬਸ ਨਾ ਪੈਸੇ ਗਿਣਦੇ ਹੁੰਦੇ ਆ, ਬਸ ਪੈਸੇ ਗਿਣੇ ਚੱਲ ਸਾਡਾ ਕੰਮ ਕਰਦਾ। ਚੰਦਾ ਤੂੰ ਮੇਰੀ ਭੈਣ ਆ, ਤੈਨੂੰ ਸੋਹਣਾ ਲੱਗੇ ਜੋ ਝੂਠ ਬੋਲੇ ਨਾ। ਤੈਨੂੰ ਆਪਣੀ ਜਵਾਨ ਜਹਾਨ ਕੁੜੀ ਦਾ ਅੱਧੀ ਅੱਧੀ ਰਾਤ ਤੱਕ ਪਰਾਏ ਕਰਦਾ ਨਾ ਬਾਹਰ ਰਹਿਣਾ ਕੋਈ ਚੰਗਾ ਲੱਗਦਾ ਹੈ? ਮੇਰੀ ਗੱਲ ਸੁਣ ਬੈਠ ਕਰੀਏ ਜਣਾ ਨਾ ਸ਼ੌਕ ਆ ਤੇ ਨਾ ਕੀ ਕਲਾ। ਇਹ ਤਾਂ ਤੂੰ ਆਪਣੀ ਆ, ਉਹ ਤੂੰ ਦੇਖਿਆ ਨਹੀਂ ਦਫ਼ਤਰ ਦੇ ਵਿੱਚ ਕਿੱਦਾਂ ਬਹਿ ਕੇ ਤੀਵੀਆਂ ਬੰਦੇ ਕੰਮ ਕਰਦੇ ਆ ਤੇ ਅਸੀਂ ਕੀ ਕਰਦੇ ਆ? ਤੁਸੀਂ ਡੀਜੇ ਨਾਲ, ਅਸੀਂ ਡੀਜੇ ਨਾਲ ਨੱਚਦੇ, ਤੁਸੀਂ ਢੋਲਕੀ ਨਾਲ ਨੱਚਦੇ। ਇਹ ਵੀ ਤਾਂ ਸਾਡਾ ਕੰਮ ਹੀ ਹੈ। ਕੀ ਇਹਦੇ ਵਿੱਚ ਕੀ ਮਾੜਾ ਆ ਦੱਸ? ਤੁਸੀਂ ਉੱਥੇ ਲੋਕਾਂ ਦੇ ਘਰਾਂ ਦੇ ਅੱਗੇ ਜਾ ਕੇ ਅੱਡੀਆਂ ਰਗੜ ਕੇ ਨੱਚ ਕੇ ਤਰਲੇ ਕੱਢ ਕੇ ਪੈਸੇ ਮੰਗਦੀਆਂ ਨਾ। ਤੇ ਇੱਧਰ ਦੇ ਪੈਲਸਾਂ ਤੇ ਜਾਓ, ਸਟੇਜ ਤੇ ਚੜੋ, ਸਟੇਜ ਦੀ ਮੜ ਗਈ ਸ਼ਾਨ ਤੇ ਪੈਸੇ ਪਹਿਲਾਂ ਹੀ ਲੈ ਲਓ। ਮੋਚਾ ਹੀ ਮੋਚਾ, ਫਰਕ ਕੀ ਰਹਿ ਗਿਆ? ਤੁਸੀਂ ਉੱਥੇ ਢੋਲਕੀਆਂ ਨਾਲ ਨੱਚਦੀਆਂ ਤੇ ਅਸੀਂ ਡੀਜੇ ਨਾਲ। ਕੰਮ ਤਾਂ ਇੱਕੋ ਹੀ ਆ, ਜਿਹੜਾ ਦੂਸਰਾ ਕੰਮ ਆ ਇਹ। ਤੂੰ ਜੋ ਮਰਜ਼ੀ ਕਹਿ, ਚਾਹੇ ਗੁੱਸਾ ਹੀ ਕਰ, ਪਰ ਮੈਨੂੰ ਨਾ ਇਹ ਕੰਮ ਵਾਲਾ ਇੱਜ਼ਤ ਵਾਲਾ ਨਹੀਂ ਲੱਗਦਾ। ਤੈਨੂੰ ਤਾਂ ਨਾ ਆਪਣੇ ਜੱਦੀ ਕੰਮ ਦਾ ਹਿਰਵਾ ਹੋ ਗਿਆ ਲੱਗਦਾ। ਜਿਹੜਾ ਤੂੰ ਆ ਘਰ ਜਾ ਕੇ ਨੱਚ ਕੇ ਮੰਗਦੀ ਆ, ਇਹ ਬਹੁਤ ਇੱਜ਼ਤ ਵਾਲਾ ਕੰਮ ਹੈ। ਜੋ ਮਰਜ਼ੀ ਕਹਿ ਲਾ, ਮੈਂ ਨਹੀਂ ਮੰਨਦੀ। ਮੈਂ ਹੀ ਹੋਈ ਆ ਜਿਹੜੀ ਜੁਗਨੀ ਦੇ ਨੱਚਣ ਦਾ ਵਿਰੋਧ ਕਰਦੀ ਆ। ਉਹਦਾ ਪਾਪਾ ਨਾ ਮੈਨੂੰ ਨਿੱਤ ਕਹਿੰਦਾ ਕਿ ਜੁਗਨੀ ਨੂੰ ਆਪਾਂ ਨਾਲ ਲੈ ਕੇ ਜਾਇਆ ਕਰੀਏ ਢੋਲਕੀ ਤੇ। ਦੇਖ ਮੈਨੂੰ ਉਹਦਾ ਤੇਰੀ ਗੱਲ ਵੀ ਠੀਕ ਹੀ ਲੱਗਦੀ ਆ। ਮੇਰੇ ਕੋਲ ਆਈ, ਮੈਂ ਤਾਂ ਨਹੀਂ ਤੇਰੇ ਕੋਲ ਗਈ, ਸਲਾਹ ਮੰਗੀ, ਮੈਂ ਤੈਨੂੰ ਸਲਾਹ ਦਿੱਤੀ। ਮੰਨਣਾ ਜਾਂ ਨਾ ਮੰਨਣਾ ਤੇਰਾ ਕੰਮ ਆ ਬਈ। ਮੈਂ ਭਲਾ ਵਿੱਚੋਂ ਦਲਾਲੀ ਲੈਣੀ ਹੈ। ਤੇ ਨੱਚਣਾ ਮਾੜਾ ਨਹੀਂ ਆ। ਆ ਜਦੋਂ ਨਾ ਪੈਲਸਾਂ ਦੇ ਵਿੱਚ ਉੱਥੇ ਬੁੱਢੇ ਵੀ ਦਰ ਦਾ ਘੁੱਟ ਲਾ ਲੈਂਦੇ ਆ, ਬੜੇ ਗੰਦੇ ਇਸ਼ਾਰੇ ਕਰਦੇ ਆ। ਮੇਰੀ ਗੱਲ ਸੁਣ, ਜੇ ਜਨਾਨੀ ਗੈਰ ਮਰਦਾਂ ਦੇ ਮਨ ਪਰਚਾਵੇ ਦੇ ਲਈ ਨੱਚੂਗੀ ਤੇ ਅਗਲੇ ਤਾਂ ਉਹਦੇ ਆਟਾ ਨੂੰ ਘੁਰਣਗੇ ਨਾ ਤੇ ਫਿਰ ਭਾਵੇਂ ਉਹ ਡੀਜੇ ਨਾਲ ਨੱਚੇ ਜਾਂ ਢੋਲਕੀ ਨਾਲ ਨੱਚੇ, ਕੰਮ ਤਾਂ ਨੱਚਣਾ ਹੀ ਹੋਇਆ ਨਾ। ਤੂੰ ਮੈਨੂੰ ਇਹ ਦੱਸ, ਇਹਦੇ ਵਿੱਚ ਕੀ ਬੁਰਾਈ ਹੈ? ਇਹ ਕੋਈ ਸ਼ਾਮ ਲੜਕੀਆਂ ਮੇਰੀਆਂ ਤਾਂ ਹੈ ਨਹੀਂ ਆ, ਕੋਈ ਖਲੂਣਾ ਦੇਵੇ ਤਾਂ ਝਾੜ ਲਵੇ, ਉਹ ਇਹਨਾਂ ਨੂੰ ਕੋਈ ਨਹੀਂ ਹੱਥ ਪਾ ਸਕਦਾ। ਚੰਗਾ ਤੂੰ ਏਦਾਂ ਕਰੀ, ਤੂੰ ਨਾ ਕਿਸੇ ਦਿਨ ਬੋਬੀ ਨੂੰ ਘਰ ਭੇਜ ਦਊਂਗੀ, ਬੋਬੀ ਨੂੰ ਮੈਂ ਘਰ ਭੇਜ ਦਊਂਗੀ। ਪਰ ਤੂੰ ਮੈਨੂੰ ਇਹ ਦੱਸ, ਤੂੰ ਆਪਣਾ ਇਰਾਦਾ ਪੱਕਾ ਰੱਖ। ਮੈਂ ਗੱਲ ਕਰੂੰਗੀ ਜੁਗਨੀ ਨਾਲ। ਆਹੋ, ਤੇ ਆਪਣੀ ਸੁਪਨਾ ਸਾਲਵਾ ਲੱਗ ਗਿਆ 16 ਸਾਲਾਂ ਦੀ ਹੋ ਗਈ ਨਾ। ਹਾਂ। ਬਸ ਫਿਰ ਤਾਂ 10-15 ਸਾਲ ਦਾ ਚੁੰਨੀ ਰੱਜ ਕੇ ਪੈਸਾ ਕਮਾ ਸਕਦੀ ਹੈ, ਰੱਜ ਕੇ। ਪਰ ਆ ਲੋਕਾਂ ਦੀਆਂ ਸੁਣਨਾ ਸੀ ਕਿ ਨਹੀਂ। ਬਸ ਇੱਕ ਵਾਰੀ ਉਹਨੂੰ ਨੱਚਣ ਦੇ ਕੰਮ 'ਚ ਲਾ ਦੇ, ਬਸ ਫੇਰ ਦੇ ਪੈਸਾ ਹੀ ਪੈਸਾ, ਉਹ ਮੋਜਾ ਹੀ ਮੋਜਾ। ਅੱਛਾ ਚੰਦਾ ਮੈਂ ਚੱਲਦੀ ਆ, ਤੂੰ ਨਾ ਬੋਬੀ ਨੂੰ ਭੇਜੀ ਕਿਸੇ ਦਿਨ। ਮੈਂ ਬੋਬੀ ਨੂੰ ਭੇਜੂਗੀ, ਪਹਿਲਾਂ ਘਰ ਦਾ ਦੇਖ ਲਾ ਭੈਣ ਦਾ। ਆਹੋ ਚੱਲ। ਤੇ ਨਾਲੇ ਜੀਜੇ ਨਾਲ ਵੀ ਗੱਲ ਕਰਕੇ ਆਹੋ, ਮੈਂ ਉਹਨਾਂ ਨੂੰ ਭੇਜੂ। ਚੱਲ ਤੈਨੂੰ ਮੈਂ ਆਪਣਾ ਘਰ ਦਿਖਾਵਾਂ, ਆ ਜਾ। ਹੱਸਦੀ ਆ। ਉਹ ਛੱਡ, ਚੱਲ ਤੂੰ ਆਪਣਾ ਤੈਨੂੰ ਘਰ ਦਿਖਾਵਾਂ। ਚੱਲ ਇੱਧਰ ਦੇਖ। ਆਪਣੀ ਮਾਸੀ ਦਾ ਘਰ ਜਾ ਕੇ ਦੇਖ, ਸਮਾਨ ਦੇਖ ਕੇ ਤਾਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ। ਬੋਬੀ ਨੇ 5-7 ਸਾਲਾਂ ਦੇ ਵਿੱਚ ਸਾਰੇ ਘਰ ਦਾ ਨਕਸ਼ਾ ਬਦਲਦਾ, ਤਕਦੀਰ ਬਦਲ ਕੇ ਰੱਖੀ ਬੋਬੀ ਨੇ। ਹਾਂ ਤੇ ਮੇਰੇ ਤੋਂ ਕੀ ਪੁੱਛਦੇ ਹੋ? ਇਹੀ ਤੇਰੀ ਚੰਗਾ ਮਾਸੀ ਸਲਾਹ ਦਿੰਦੀ ਸੀ ਕਿ ਤੂੰ ਵੀ ਬੋਬੀ ਦੇ ਨਾਲ 5-7 ਸਾਲ ਡੀਜੇ ਡਾਂਸਰ ਬਣ ਜਾ, ਉਹ ਆਪਣੀ ਵੀ ਗਰੀਬੀ ਨਿਕਲ ਜੂਗੀ। ਮਾਂ ਤੈਨੂੰ ਕੀ ਹੋ ਗਿਆ? ਚੰਗਾ ਮਾਸੀ ਨੇ ਘੋਲ ਕੇ ਤੇਰੇ ਦਿਮਾਗ ਵਿੱਚ ਕੀ ਪਾ ਦਿੱਤਾ? ਕੱਲ ਤੱਕ ਤੂੰ ਨੱਚਣ ਤੋਂ ਨਫ਼ਰਤ ਕਰਦੀ ਸੀ ਤੇ ਉਹਦਾ ਵਿਰੋਧ ਵੀ ਕਰਦੀ ਸੀ। ਤੈਨੂੰ ਚੰਗਾ ਮਾਸੀ ਚੰਗੀ ਨਹੀਂ ਸੀ ਲੱਗਦੀ, ਅੱਜ ਤੂੰ ਬੋਬੀ ਨਾਲ ਜਾਣਦੀ ਗੱਲ ਕਰ ਲੱਗ ਪਈ। ਕੱਲ ਤੱਕ ਮੈਂ ਤੇਰੀ ਚੰਗਾ ਮਾਸੀ ਦਾ ਨਾ ਘਰ ਨਹੀਂ ਸੀ ਦੇਖਿਆ, ਉਹਦੇ ਠਾਠ ਬਾਠ ਨਹੀਂ ਸੀ ਦੇਖੇ ਮੈਂ। ਅੱਛਾ ਮਾਸੀ ਦਾ ਠਾਠ ਦੇਖ ਕੇ ਹਿੱਲ ਗਈ। ਮੇਰੀ ਕਮਾਈ ਨਾ ਰਾਤੋਂ ਰਾਤ ਜੇਬਾਂ ਪਾਉਂਦੇ ਸੁਪਨੇ ਲੈਣ ਲੱਗ ਪਈ। ਬੜੇ ਬੋਬੀ ਆ ਤੂੰ ਸਮਝਾ। ਆ ਮੇਰੀ ਗੱਲ ਸੁਣ ਮਾਸੀ, ਮੈਂ ਕੋਈ ਦਖਲ ਨਹੀਂ ਦੇਣਾ, ਸਲਾਹ ਤਾਂ ਤੁਸੀਂ ਆਪ ਹੀ ਕਰਨੀ ਹੈ। ਨਾ ਰਾਤੋਂ ਰਾਤ ਜੇਬਾਂ ਭਰਨ ਵਿੱਚ ਵੀ ਕਿਹੜਾ ਮਿਹਣਾ ਆ। ਹੁਣ ਮੈਂ ਤਾਂ ਚੰਦਾ ਜੇ ਚਾਹੀਏ ਨਾ ਤਾਂ ਵੀ ਡੀਜੇ
ਡਾਂਸਰਾਂ ਨਹੀਂ ਬਣ ਸਕਦੀਆਂ। ਡੀਜੇ ਡਾਂਸਰਾਂ ਤਾਂ ਤੁਹਾਡੇ ਵਰਗੀਆਂ ਸੋਹਣੀਆਂ ਸੁਨੱਖੀਆਂ ਤੇ ਘੱਟ ਉਮਰ ਵਾਲੀਆਂ ਕੁੜੀਆਂ ਬਣ ਸਕਦੀਆਂ। ਆ ਮੇਰੇ ਕੋਲ ਕਿੱਥੇ ਨੱਚ ਹੁੰਦਾ ਡੀਜੇ ਤੇ ਹੁਣ। ਮਾਂ ਹੁਣ ਤੁਹਾਡੇ ਅੰਦਰ ਨਾ ਉਹ ਪਹਿਲਾਂ ਵਰਗੀ ਬਲਾਸੀ ਵਿੱਚ ਨਹੀਂ ਰਹੀ। ਉਹ ਵੀ ਆਪਣੀਆਂ ਕਾਲੀਆਂ ਐਨਕਾਂ ਉਤਾਰ ਕੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੈਨੂੰ ਇਹ ਦੱਸ ਕਿ ਘਰ ਤੋਂ ਸਟੇਜ ਤੱਕ ਦਾ ਰਸਤਾ ਕਿੰਨੇ ਲੋਕਾਂ ਦੇ ਬੈਡਰੂਮ ਚੋਂ ਨਿਕਲ ਕੇ ਜਾਂਦਾ। ਹਾਂ ਇੱਥੇ ਵੀ ਸਾਡੇ ਗਰੀਬਾਂ ਦੀਆਂ ਔਰਤਾਂ ਨਾਲ ਕੀ ਕੁਝ ਨਹੀਂ ਵਾਪਰਦਾ। ਨਾਲੇ ਮੈਨੂੰ ਇਹਦਾ ਵੀ ਪਤਾ ਮਾਸੀ, ਮੈਨੂੰ ਆ ਗੱਲਾਂ ਸੁਣਾਉਣ ਲਈ ਇੱਥੇ ਸੱਦਿਆ। ਮੈਂ ਜਾਵਾਂ ਜੇ ਜੁਗਨੀ ਮੰਨ ਗਈ ਤਾਂ ਦੱਸ ਦੇਈ। ਹੁਣ ਬੋਬੀ ਰੁਕ ਰੁਕ, ਹੁਣ ਤੂੰ ਆਈ ਆ ਨਾ, ਗੱਲ ਨਿਬੇੜ ਕੇ ਜਾਈ। ਤੂੰ ਇਹ ਦੱਸ ਜੇ ਪ੍ਰੋਗਰਾਮ ਕਰਨ ਨੂੰ ਮੰਨ ਗਈ ਤਾਂ ਪੈਸੇ ਕਿੰਨੇ ਮਿਲਣਗੇ? ਉਹ ਪਹਿਲਾਂ ਕੰਮ ਲਈ ਤਾਂ ਮੰਨ ਜਾਵੇ, ਪੈਸੇ ਤਾਂ ਫਿਰ ਬਾਅਦ ਦੀ ਗੱਲ ਆ। ਕੋਈ ਨਹੀਂ, ਹੁਣ ਤੂੰ ਆਈ ਆ, ਗੱਲ ਸਿਰੇ ਲਾ ਕੇ ਜਾ। ਤੂੰ ਇਹ ਦੱਸ ਇਹਨੂੰ ਕਿੰਨੇ ਕੁ ਪੈਸੇ ਮਿਲਿਆ ਕਰਨਗੇ? ਆਪਣਾ ਮੁੱਲ ਤਾਂ ਆਪ ਹੀ ਬਣਾਉਣਾ ਪੈਂਦਾ ਹੈ। ਨਾਲੇ ਜਿੰਨਾ ਸੋਹਣਾ ਤੋਹਫਾ ਉਨੀ ਵੱਧ ਕੀਮਤ। ਬਾਕੀ ਇਹਦੀ ਸ਼ਕਲ ਸੂਰਤ ਰੰਗ ਰੂਪ ਤੇ ਕੱਦ-ਕਾਠ ਤਾਂ ਠੀਕ ਹੈ। ਜੇ ਕੰਮ ਸਿੱਖ ਜਾਵੇ ਦਿਹਾੜੀ ਦਾ 1000-1200 ਤਾਂ ਮਿਲ ਹੀ ਜਾਊ ਤੇ ਜਾਣਾ ਆਉਣਾ ਖਾਣਾ ਪਹਿਨਣਾ ਸਭ ਕੁਝ ਜੇ ਚਾਹੇ ਤਾਂ ਵੀ ਨਾਲ ਜਾ ਸਕਦੀ ਹੈ। ਮੈਂ ਹਾਏ ਨਾ ਜਾ, ਮੇਰੀ ਤਾਂ ਸਾਰੀ ਉਮਰ ਹੱਡੀਆਂ ਰਗੜਦੀਆਂ ਨਿਕਲ ਗਈ। ਲੋਕਾਂ ਦੀਆਂ ਝੂਠਾਂ ਖਾਂਦਿਆਂ ਤਾਨੇ ਮੇਰੇ ਇਹ ਜੁਗਨੀ ਦੇਖ ਕਿੰਨੀਆਂ ਸਹੂਲਤਾਂ ਆ। ਦੇਖ ਬੋਬੀ ਕਿੰਨੀਆਂ ਚੰਗੀਆਂ ਗੱਲਾਂ ਦੱਸਦੀ ਆ। ਇੱਥੇ ਸਾਡੇ ਨਾਲ ਦੀਆਂ ਚੰਗੇ ਚੰਗੇ ਘਰਾਂ ਦੀਆਂ ਕੁੜੀਆਂ ਡਾਂਸਰਾਂ ਨੇ, ਪੜੀਆਂ ਲਿਖੀਆਂ ਤੇ ਫਰਾਟੇ ਨਾਲ ਅੰਗਰੇਜ਼ੀ ਵੀ ਬੋਲਦੀਆਂ ਨੇ। ਨਾਲੇ ਮਾਸੀ ਇਹ ਜੋਗੀ ਪੈਸੇ ਦਾ ਸਲਾਹ ਤੁਸੀਂ ਆਪ ਹੀ ਕਰਨੀ ਹੈ। ਹੁਣ ਜੁਗਨੀ ਤੂੰ ਡਰਦੀ ਕਾਹਦੇ ਆ? ਬੋਬੀ ਤੇਰੇ ਨਾਲ ਹੀ ਆ। ਸਾਡੇ ਨਾਲ ਦੀਆਂ ਕਈ ਡਾਂਸਰਾਂ ਨੌਕਰੀ ਵੀ ਕਰਦੀਆਂ ਤੇ ਘਰ ਦੇ ਹੋਰ ਕੰਮਕਾਰ ਵੀ ਕਰ ਲੈਂਦੀਆਂ ਨੇ। ਆਹੋ ਤੂੰ ਵੀ 5-7 ਸਾਲ ਡੀਜੇ ਤੇ ਲਾ ਲਾ। ਜਦੋਂ ਪ੍ਰੋਗਰਾਮ ਹੋਏ ਪ੍ਰੋਗਰਾਮਾਂ ਤੇ ਚੱਲ ਗਈ, ਨਹੀਂ ਤਾਂ ਘਰ ਬਹਿ ਕੇ ਸੂਟ ਸੀ ਦੇ। ਇਹ ਨਾ ਵੀ ਕੰਮ ਚੰਗਾ ਲੱਗਾ ਤਾਂ ਬੇਸ਼ੱਕ ਛੱਡ ਦੀ। ਤੂੰ ਡਰਦੀ ਕਿਉਂ ਆ? ਆ ਬੋਬੀ ਨਾਲ ਆ। ਮਾਂ ਤੂੰ ਹੀ ਨੱਚਣ ਦੇ ਕੰਮ ਨੂੰ ਕੁੱਤਾ ਕੰਮ ਕਹਿ ਕੇ ਰੋਕਦੀ ਸੀ। ਜੇ ਤੂੰ ਹੀ ਮੁੱਕ ਕੇ ਚੱਕਣਾ ਚਾਹੁੰਦੀ ਆ ਤਾਂ ਮੈਂ ਕੀ ਕਰ ਸਕਦੀ ਆ? ਫਿਰ ਮੈਂ ਤੇਰੀ ਹਾਂ ਸਮਝਾਂ? ਹਾਂ ਮਾਂ, ਮੈਂ ਬੋਬੀ ਬਾਗ ਪੈਸੇ ਕਮਾਉਣ ਵਾਲੀ ਮਸ਼ੀਨ ਬਣੂੰਗੀ। ਮਸ਼ੀਨ ਨੂੰ ਕੋਈ ਇੱਜ਼ਤ ਸ਼ਰਮ ਮਾਣ ਮਰਾਦਾ ਤਾਂ ਕੋਈ ਫਰਕ ਨਹੀਂ ਪੈਂਦਾ। ਉਹਨੂੰ ਤਾਂ ਸਿਰਫ ਮੁਨਾਫਾ ਚਾਹੀਦਾ। ਹਾਂ ਮਾਂ, ਮੈਂ ਸਭ ਕੁਝ ਕਰੂੰਗੀ। ਪਰਦੇ ਅੱਗੇ ਪਰਦੇ ਪਿੱਛੇ ਤੁਹਾਨੂੰ ਤਾਂ ਸਿਰਫ ਪੈਸੇ ਚਾਹੀਦੇ ਆ। ਤਾਂ ਕਰਾਂ ਉਸਤਾਦ ਜੀ ਨਾਲ ਗੱਲ ਮਾਸੀ। ਹਾਂ ਬੋਬੀ ਤੂੰ ਹੁਣੇ ਹੀ ਗੱਲ ਕਰ। ਆਹੋ ਮੈਂ ਕਰਦੀ ਆ ਫੋਨ। ਕਰ ਉਹਨੂੰ ਦੱਸ ਦੇ ਜੁਗਨੀ ਮੰਨ ਗਈ। ਕਰੀ ਕਰ। ਉਸਤਾਦ ਜੀ ਆ ਮੇਰੀ ਮਾਸੀ ਦੀ ਧੀ ਮਿਸ ਜੁਗਨੀ ਆਪਣੇ ਗਰੁੱਪ ਵਿੱਚ ਸ਼ਾਮਿਲ ਹੋਣਾ ਚਾਹੁੰਦੀ ਹੈ। ਹਾਂ ਰੰਗ ਰੂਪ ਹੈ, ਸੋਹਣੀ ਸੁਨੱਖੀ ਹੈ ਤੇ ਕੱਦ-ਕਾਠ ਵੀ ਵਧੀਆ ਹੈ। ਹਾਂ ਤੇ ਮੈਂ ਕੱਲ ਲੈ ਆਉਂਗੀ ਤੇ 15-20 ਹਜ਼ਾਰ ਰੁਪਇਆ ਐਡਵਾਂਸ ਚਾਹੀਦਾ ਸੀ। ਬਾਕੀ ਗਾਰੰਟੀ ਮੇਰੀ। ਚੰਗਾ ਉਸਤਾਦ ਜੀ। ਉਸਤਾਦ ਜੀ ਮੰਨ ਗਏ ਅਸੀਂ। ਮੈਂ ਚੱਲਦੀ ਆ। ਚੰਗਾ ਮੇਰੀ ਧੀ ਚੰਗਾ। ਹਾਏ ਰੱਬਾ ਮੈਂ ਕਿਹਦਾ ਸ਼ੁਕਰੀਆ ਕਰਾਂ? ਬੋਬੀ ਦਾ ਕਿ ਚੰਗਾ ਦਾ ਜਾਂ ਉਸ ਸੱਚੇ ਰੱਬ ਦਾ। ਅੱਜ ਮੈਂ ਬਹੁਤ ਖੁਸ਼ ਹਾਂ। ਉਹ ਕੀ ਹੋ ਗਿਆ ਜੀਰੋ, ਅੱਜ ਬੜਾ ਖੁਸ਼ ਲੱਗ ਰਹੀ ਆ। ਹੁਣ ਇਹ ਸਮਝ ਵੀ ਆਪਣੀ ਗੁਰਬਤ ਦੇ ਦਿਨ ਖਤਮ। ਲੈ ਗੁਰਬਤ ਦੇ ਕਾ ਦੇਣਾ ਖਤਮ। ਓਏ ਐਸਾ ਸ਼ੂ ਮੰਤਰ ਕਿਹੜਾ? ਤੂੰ ਸਦਾ ਹੀ ਕਹਿੰਦਾ ਸੀ ਨਾ ਹਾਂ ਵੀ ਜੁਗਨੀ ਨੱਚਣ ਨਹੀਂ ਜਾਂਦੀ, ਜੁਗਨੀ ਨੱਚਣ ਨਹੀਂ ਜਾਂਦੀ। ਹਾਂ। ਜੁਗਨੀ ਨੱਚਣ ਨੂੰ ਮੰਨ ਗਈ ਆ। ਲੈ ਨੱਚਣ ਨੂੰ ਮੰਨ ਗਈ ਆ। ਉਹ ਪਰੇ ਦੇ ਨੱਚਣ ਨਾਲ ਓਏ ਆਪਾਂ ਅਮੀਰ ਕਿਵੇਂ ਹੋ ਜਾਗੇ? ਸਾਰੀ ਉਮਰ ਦਾ ਤੇਰੀ ਲਾਂਘੀ ਨੱਚਦਿਆਂ ਨੂੰ। ਉਹ ਪਹਿਲਾਂ ਮੇਰੀ ਮਾਂ ਨੱਚਦਿਆਂ ਨੂੰ, ਉਹ ਦਾਦੀ, ਉਹ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਲਾਂਘੀਆਂ ਨੱਚਦਿਆਂ ਨੂੰ। ਆ ਹੁਣ ਤਾਂ ਕਦੇ ਅਸੀਂ ਅਮੀਰ ਨਹੀਂ ਹੋਏ ਹੈ। ਗੱਲ ਸੁਣ। ਹਾਂ ਜੁਗਨੀ ਢੋਲਕੀ ਤੇ ਨਹੀਂ, ਹਾਂ ਡੀਜੇ ਤੇ ਨੱਚਣ ਨੂੰ ਮੰਨ ਗਈ ਆ। ਕੀ ਕਿਹਾ? ਡੀਜੇ ਤੇ ਨੱਚਣ ਨੂੰ ਮੰਨ ਗਈ ਆ। ਡੀਜੇ ਤੇ? ਤੂੰ ਜੁਗਨੀ ਦੇ ਬਾਰੇ ਇਹ ਫੈਸਲਾ ਕਰਨਾ ਚਾਹਦੀ ਸੀ? ਟੱਕਰੇ ਕਰਕੇ ਰੱਖੂ ਮੈਂ ਤੇਰੇ।
ਅੱਗ ਲਾ ਕੇ ਫੂਕ ਦੂੰ ਸਾਰੇ ਘਰ ਨੂੰ। ਇਹ ਡੀਜੇ ਡਾਂਸਰ ਬਣਨ ਦੀ ਗੱਲ ਕੀਤੀ, ਆਖੇ ਡੀਜੇ ਡਾਂਸਰ ਬਣਨਾ, ਵਧਾਈ ਦੇ ਕੇ ਮੰਗਣਾ ਔਰ ਨੱਚਣਾ ਸਾਡੇ ਪੁਰਖਿਆਂ ਦਾ ਕੰਮ। ਸਾਰੀ ਉਮਰ ਆਪਣੇ ਪੁਰਖਿਆਂ ਨੂੰ ਸਾਡੇ ਢੂਏ ਦੇ ਦੇ ਰੱਖੀ ਹੈ। ਉਹਦਾ ਝੰਡਾ ਦੇਖ ਕਿੱਥੋਂ ਤੋਂ ਕਿੱਥੇ ਪਹੁੰਚ ਗਈ। ਨਾ ਦੇ ਕਿੱਥੇ ਦੇ ਕਿੱਥੇ ਪਹੁੰਚ ਗਈ। ਫੁੱਕਦਾ ਮੈਂ ਚੰਦਾ ਦੀ ਮੇਰੀ ਤੇ ਤੂੰ। ਤੈਨੂੰ ਕਦੀ ਫਿਕਰ ਵੀ ਹੋਇਆ ਵੀ ਘਰ ਆਟਾ ਹੈਗਾ, ਦਾਲ ਹੈਗੀ ਜਾਂ ਕੋਈ ਰਾਸ਼ਨ ਮੁੱਕਾ, ਉਹ ਆਪ ਦਾ ਡੱਪ ਕੇ ਪੀ ਕੇ ਸੌ ਜਾਣਾ ਤਾਂ ਹੀ। ਸੌਂਦਾ ਜਾਣਾ ਆ ਹੈ ਤੂੰ ਡੀਜੇ ਡਾਂਸਰ ਬਣਾ ਕੇ ਜੁਗਲੀ ਨੂੰ ਮੇਰੀ ਨੀਂਦ ਖੋਣਾ ਚਾਹਨੀ ਆ। ਜੁਗਲੀ ਨੱਚੇ, ਢੋਲਕੀ ਤੇ ਨੱਚੇ, ਕਿਹਨੇ ਰੋਕਿਆ? ਮੈਂ ਤੈਨੂੰ ਦੱਸ ਦਿੱਤਾ, ਜੇ ਮੇਰੇ ਪੁਰਖਿਆਂ ਦੇ ਕਿੱਤੇ ਤੋਂ ਅੱਗੇ ਨਾ ਤੁਰੀ ਨਾ, ਇਹ ਦੇਖ ਲਈ ਕਿਤੇ ਨੱਚਣਾ। ਤੂੰ ਜੁਗਲੀ ਨੂੰ ਇੱਧਰ ਨਹੀਂ ਨੱਚਣ ਦੇਣਾ ਤੇ ਮੈਂ ਉਹਨੂੰ ਉੱਧਰ ਨਹੀਂ ਨੱਚਣ ਦੇਣਾ। ਮੈਂ ਦੇਖਦਾ। ਮੈਂ ਵੀ ਦੇਖਦੀ ਆ ਤੂੰ ਕਿੱਦਾਂ ਰੋਕਦਾ। ਨੱਚੂਗੀ ਜੁਗਨੀ ਡੀਜੇ ਤੇ, ਨੱਚੂ। ਜਦੋਂ ਜੁਗਨੀ ਡੀਜੇ ਡਾਂਸਰ ਬਣ ਗਈ, ਵੱਡਾ ਸਾਰਾ ਘਰ ਬਣਾਉਣਾ। ਇੱਥੇ ਐਲਸੀਡੀ, ਮੱਤ ਬਾਣਦੀ ਮੱਛੀ ਨੂੰ ਸਾਗਰ ਦੇ ਖਾਰੇ ਪਾਣੀ ਵਿੱਚ ਛੱਡਣ ਦਾ ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ। ਸਿਧਾਂਤ ਦੀ ਹਿੱਕ ਵਿੱਚ ਖੰਜਰ ਲੋਭ ਦਾ ਕੱਢਣ ਦਾ ਸੁਪਨਾ। ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ। ਇਹ ਹਨੇਰਾ ਜਿਸ ਨੂੰ ਕੋਸਦੀ, ਉਸ ਹਨੇਰੇ ਚੋਂ ਹੀ ਰੌਸ਼ਨੀ ਲੱਭਣ ਦਾ ਸੁਪਨਾ। ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ। ਲੱਟ ਵੱਡੀ ਇੱਕ ਕੁੜੀ ਦਾ 47 ਵੇਟ ਕੁੜੀ ਦਾ, ਕੁੜੀ ਦਾ, ਕੁੜੀ ਦਾ 47 ਵੇਟ ਕੁੜੀ ਦਾ। ਢੋਲ ਬੁਲਾਵੇ ਮੇਰੇ ਸੀਨੇ ਲਾਵੇ, ਕਦੇ ਢੋਲ ਬੁਲਾਵੇ ਸੀਨੇ ਲਾਵੇ, ਗਾਤਾ ਸੀਵੇ ਵੇਟ ਕੁੜੀ ਦਾ। ਲੱਟ ਵੱਡੀ ਇੱਕ ਕੁੜੀ ਦਾ 47 ਵੇਟ ਕੁੜੀ ਦਾ। ਜੋ ਵੇਲ ਵਾਂਗਰਾ ਢਿੰਗਦੀ, ਉਹ ਨਾਲ ਸਹਾਰੇ ਲਿਪਟ ਕੇ ਚੜਨ ਦਾ ਸੁਪਨਾ। ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ। ਖੰਭ ਪੰਛੀ ਦੇ ਕੁਤਰ ਕੇ ਅੰਬਰਾਂ ਦੀਆਂ ਸ਼ਿਖਰਾਂ ਛੂਹਣ ਲਈ ਉੱਡਣ ਦਾ ਸੁਪਨਾ। ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ। ਨੋਟਾਂ ਦੀ ਚਾਦਰ ਤਾਣ ਕੇ ਗੁਰਬਤ ਦੇ ਫਟੇ ਲੰਗਾਰ ਨੂੰ ਕੱਜਣ ਦਾ ਸੁਪਨਾ। ਸੁਪਨਾ ਲਵੇ ਜਗੀਰੋ, ਸੁਪਨਾ ਲਵੇ ਜਗੀਰੋ। जुगनी के पापा, जुगनी के पापा। Oh yes, my darling. काची हुई? अपना ना घर का सिलेंडर खत्म हो गया है, तो मैं पाथिया ना अग नहीं बालनी, सिलेंडर मंगवा दो। Just wait, darling. 1 minute. चौधरी गरीबदास पुटिया जी, ये बड़ा गैस सर्विस तो बोल रही जी। एक घर का सिलेंडर खत्म हो गया जी। सीधी घर भेज रही हो जी। थैंक यू जी, धन्यवाद जी। ये डाली 5 मिनट में आ रहे जी। थैंक यू जानू। जी मैं ना पार्लर जा रही हूँ। ओह आज ना मेरी अपॉइंटमेंट है। ओह ਤੁਸੀਂ ਸਾਰਾ ਦਿਨ ਨਾ
ਸੋਫੇ ਤੇ ਬੈਠੇ ਬੈਠੇ LCD ਨਾ ਦੇਖੀ ਜਾਇਓ। No. ਬਾਏ Bye. Excuse me, my darling. ਜਾਂਦੇ ਹੋਏ ਤੁਸੀਂ ਬ੍ਰੇਕਫਾਸਟ ਦੇ ਜਾਓਗੇ? ਮੈਂ ਤਾਂ ਪਹਿਲਾਂ ਹੀ ਲੇਟ ਆ। Oh. ਮਾਈਕਰੋਵੇਵ ਕਰਕੇ। Oh, thank you. ਬਾਏ Bye. ਬਾਏ। ਸੁਪਨਾ ਲਵੇ ਜਗੀਰੋ ਸੁਪਨਾ ਲਵੇ ਜਗੀਰੋ ਸੁਪਨਾ ਲਵੇ ਜਗੀਰੋ ਸੁਪਨਾ ਲਵੇ ਜਗੀਰੋ ਨੋਟਾਂ ਦੀ ਚਾਦਰ ਤਾਣ ਕੇ ਗੁਰਬਤ ਦੇ ਫਟੇ ਲੰਗਾਰ ਨੂੰ ਕੱਜਣ ਦਾ ਸੁਪਨਾ ਸੁਪਨਾ ਲਵੇ ਜਗੀਰੋ 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 ਅੱਜ ਨਾ ਮੈਂ ਘਰ ਖਾਣਾ ਨਹੀਂ ਬਣਾਉਣਾ। ਹਾਂ ਰੈਸਟੋਰੈਂਟ ਚੱਲਾਂਗੇ। ਕੀ ਪਕਾਵਾਂਗੇ? ਮਟਨ, ਚਿਕਨ, ਮਲਾਈ ਕੋਫਤਾ। ਅੱਜ ਮਲਾਈ ਕੋਫਤਾ। ਓਏ ਮਲਾਈ ਕੋਫਤਾ ਇੱਥੇ ਮੁੱਠਾ ਦੀ ਦਾਲ ਥੱਲੇ ਲੱਗ ਗਈ ਹੈ ਆ ਕੇ ਛਾਈ ਪਨੀਰ ਮਲਾਈ ਹਾਂ ਚੱਲ ਛੇਤੀ ਵੇਲਾ ਦਾ ਟਾਈਮ ਹੋ ਗਿਆ ਇਹ ਪਤਾ ਨਹੀਂ ਕਿਹੜੇ ਸੁਪਨੇ ਚ ਘੁੰਮੀ ਆ ਨਹੀਂ ਕੋਫਤਾ ਛਾਈ ਪਨੀਰ ਉੱਥੇ ਦਾਲ ਨਹੀਂ ਰੋਟੀ ਮਿਲਣੀ ਆ ਚੱਲ ਛੇਤੀ ਹਾਂ ਆ ਕੁੜੀ ਜੁਗੜੀਏ ਆ ਬਾਹਰ ਆ ਕੇ ਛਿੜਾ ਦੇ ਦੀ ਤੇਰੀ ਮਾਂ ਨੇ ਦਾਲ ਥੱਲੇ ਲਾਤੀ ਹਾਂ ਇਹ ਕਿਹੜੇ ਸੁਪਨੇ ਚ ਘੁੰਮੀ ਰਹਿੰਦੀ ਆ ਫੜ ਜਰਾ ਇੱਧਰ ਆ ਫੜ ਢੋਲ ਕੀ ਆਈ ਨਹੀਂ ਤੈਨੂੰ ਕੋਨਾ ਜਰਾ ਆ ਜਾ ਕਿੱਧਰ ਗਈ ਚੱਲ ਇੱਧਰ ਨੂੰ ਆ ਬੈਠ ਆਈ ਨਹੀਂ ਬਣਾਉਣਾ ਤੇਰਾ ਮੈਂ ਚੱਲ ਜੁਗਨੀਏ ਨਾਂ ਦਾ ਵੀ ਨਾਪ ਲੈਣਾ ਹੈ। ਆਪਾਂ ਵੀ 2 ਕੁੜਤੇ ਸਮਾਈ ਲੈਣੇ ਆ। ਮੇਰਾ ਬੀਬੀ ਪਾਪਾ ਘਰ ਹੈ ਨਹੀਂ। ਉਹ ਮੈਨੂੰ ਪਤਾ। ਮੇਰਾ ਭਰਾ ਰਾਜੂ ਵੀ ਘਰ ਹੈ ਨਹੀਂ। ਉਹ ਮੈਨੂੰ ਉਹ ਵੀ ਪਤਾ। ਤੂੰ ਸਿੱਧਾ ਕਿਉਂ ਨਹੀਂ ਕਹਿੰਦੀ ਕਿ ਅੱਜ ਮੈਂ ਘਰ ਨਹੀਂ ਆ? ਤੂੰ ਜੋ ਆਈ ਜਦੋਂ ਬੀਬੀ ਪਾਪਾ ਘਰ ਹੋਏ। ਉਹ ਮੈਂ ਤੇਰੇ ਬੀਬੀ ਭਾਪੇ ਤੋਂ ਕੀ ਲੈਣਾ? ਅੱਜ ਤਾਂ ਮੈਂ ਤੈਨੂੰ ਮਿਲਣਾ ਹੈ। ਆਨੇ ਬਹਾਨੇ ਤੇਰੇ ਘਰ ਦੀਆਂ ਗੇੜੀਆਂ ਮਾਰ ਮਾਰ ਕੇ ਥੱਕ ਗਏ ਆ। ਇੱਧਰ ਤੂੰ ਆ ਕੇ ਮਾਰੀ ਨਹੀਂ ਨਿਕਲਦੀ। ਆ ਜਦੋਂ ਦੇ ਲਵਾ ਲੈ ਨਲਕੇ ਤੂੰ ਆ ਟੋਪਿਆਂ ਤੇ ਮਿਲਣੋਗੇ। ਆਨੇ ਬਹਾਨੇ ਗੇੜੀਆਂ ਮਾਰ ਮਾਰ ਥੱਕ ਗਏ ਆ। ਤੂੰ ਆ ਕੇ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ। ਮੈਂ ਘਰ ਆਏ ਬੰਦੇ ਨਾਲ ਸਿੱਧੇ ਮੂੰਹ ਗੱਲ ਕਰਨੀ ਚਾਹੀਦੀ ਆ। ਮੈਂ ਕੋਈ ਗੱਲ ਨਹੀਂ ਕਰਨੀ। ਤੂੰ ਚੱਲ ਜਾ। ਤੇ ਤੂੰ ਕੋਈ ਗੱਲ ਨਹੀਂ ਕਰਨੀ। ਮੈਂ ਤਾਂ ਅੱਜ ਆਪਣੀ ਗੱਲ ਸੁਣਾ ਕੇ ਜਾਣਾ। ਚੱਕ ਫੀਤਾ ਇਹ ਨਾਪ ਲੈ ਲੈ। ਸਮਾਈ ਵੀ ਮੂੰਹ ਮੰਗੀ ਦਿਓ। ਇਹ ਬੇਇੱਜ਼ਤੀ ਆ। ਬੇਸ਼ੱਕ ਪਹਿਲਾਂ ਲੈ ਲੈ ਜੁਗਰੀਏ। ਮੈਂ ਕਹਿੰਦੀ ਹਾਂ ਚੱਲ ਜਾ ਇੱਥੋਂ। ਨਿਕਲ ਜਾ ਕਰੋ। ਜੁਗਰੀਏ ਇੱਕ ਤੇ ਤੋਂ ਗੱਲ ਪੁੱਛਣੀ ਜਣੀ ਕਲੇ 'ਚ ਲਾ ਕੇ
ਲੋਕ ਤਾਂ ਆਪਣੇ ਪਿਆਰਾਂ ਦੇ ਨਾਂ ਮਾਂ ਦੇ ਗਣਵਾਉਂਦੇ ਆ ਤੇ ਮੈਂ ਤੇਰਾ ਨਾਮ ਆਪਣੇ ਦਿਲ ਤੇ ਗਣਵਾਇਆ ਜਗਰੀਏ। ਆ ਨੇੜੇ ਹੋ ਕੇ ਪੜਦਾ ਰਹੀ ਯੁਗਨੀ ਯੁਗਨੀ ਛੱਡ ਮੇਰਾ ਮੈਂ ਤਾਂ ਮੈਂ ਰੋਣ ਪਾ ਕੇ ਬਾਤੀ ਕੱਢੀ ਕਰ ਲੈਣੀ ਛੱਡ ਮੇਰਾ ਬਸ ਇੱਕ ਬਾਰ ਇਹਦਾ ਬਾਹਾਂ ਦਾ ਹਾਰ ਮੇਰੇ ਗੱਲ ਤੇ ਪਾਦੇ ਜੁਗਰੀਏ। ਛੱਡ ਮੇਰਾ ਲੱਗਦਾ ਤੂੰ ਜੁੱਤੀਆਂ ਖਾਣੇ ਜਾਣਾ ਮੈਨੂੰ ਨਾਲ ਕੁੜੀ ਨਾਲ ਜਾਣੀ ਲਾਦੂ ਫਰੈਂਡ ਬਣ ਕੇ ਰੋਹੀ ਵਾਲੀ ਜੰਡ ਵੱਢ ਕੇ ਜੁਗਰੀਏ। ਰੋਹੀ ਵਾਲੀ ਤੈਨੂੰ ਕੱਲੀ ਨੂੰ ਚਵਾਰਾ ਪਾ ਦੂੰ। ਆ ਮੇਰੇ ਵਿੱਚ ਦੱਸ ਭਲਾ ਕਿਹੜੀ ਕਮੀ ਆ? ਐਡਾ ਸੁਨੱਖਾ ਗੱਭਰੂ ਸੁੱਚਾ ਸਿੰਘ ਦੀਵਾ ਬਾਲ ਕੇ ਵੀ ਲੱਭੇਗੀ ਨਾ ਦੀਵਾ ਜੁਗਨੀਏ ਤਾਂ ਵੀ ਨਾ ਲੱਭੇ। ਚੱਲਾ ਲੜ ਜਾ ਮੇਰੇ ਚਾਹੇ ਫਰੈਂਡ ਬਣ ਕੇ ਹੀ ਸਹੀ। ਪੁੱਠਾ ਦੇਖਿਆ ਆਪਣਾ ਕਾਇਆ ਪੁੱਠਾ ਦਹੀਂ ਦੇ ਫੱਟੜ ਕੇ ਗੱਭਰੂ ਨੂੰ ਤੂੰ ਕਾਲਾ ਭੂੰਡ ਕਹਿੰਦੀ ਹੈ। ਤੈਨੂੰ ਆਪਣੇ ਗੋਰੇ ਰੰਗ ਤੇ ਬਹੁਤ ਗਰੂਰ ਹੈ ਤੇ ਹੁਣ ਸਾਡਾ ਮੂੰਹ ਗੁੱਸਾ ਹੋ ਗਿਆ। ਮੂੰਹ ਤੇ ਮੇਰਾ ਕਾਲਾ ਨਹੀਂ ਹੈ ਜੁਗੀਏ ਪਰ ਜੇ ਤੂੰ ਆ ਕੇ ਦਿੱਤਾ ਏ ਤਾਂ ਤੇਰੇ ਨਾਲ ਹੀ ਕਾਲਾ ਕਰ ਲੈਨੇ ਆ। ਹਾਂ ਨਹੀਂ ਮੈਂ ਕਹਿੰਦੀ ਕਰਦਾ ਮੈਂ ਕਹਿੰਦੀ ਕਰਦਾ ਇਹ
ਖੁਸ਼ੀ ਮਾਰਨ ਚਪਟਾ ਸੁੱਚੇ ਦੇ ਬਚਾਉਣ ਲਈ ਬਾਜਾਂ ਦੇ ਸੰਗ ਬੇੜੀਆਂ पर फिर भी बच न सकिया देखो ये आटे दिया चिड़िया फिर भी बच न सकिया देखो ये आटे दिया चिड़िया ओ पापी राजिया 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 ओ ज़ुल्मी राजिया ओ ज़ुल्मी ਸਰਪੰਚਾ ਆ ਗਰੀਬੋ ਦੀ ਕੁੜੀ ਵਾਲਾ ਮਸਲਾ ਇਹ ਛੇਤੀ ਨਿਬੇੜ ਦੇ ਕਿੰਨਾ ਕਰੋ ਸਰਦਾਰ ਜੀ ਇਹਨੂੰ ਸਰਪੰਚ ਬਣਾਇਆ ਆਪਾਂ ਬਸ ਫਟਾਫਟ ਨਿਬੇੜ ਦੇਣਾ ਮਾਮਲਾ ਗਰੀਬੋ ਆਉਂਦਾ ਹੀ ਹੋਣਾ ਆਲਣ ਦਿਓ ਸਤਿ ਸ਼੍ਰੀ ਅਕਾਲ ਗਰੀਬੀ ਸਤਿ ਸ਼੍ਰੀ ਅਕਾਲ ਗਰੀਬੋ ਤੂੰ ਸੁੱਚਾ ਸਿੰਘ ਸਰਦਾਰ ਦੇ ਖਿਲਾਫ ਥਾਣੇ 'ਚ ਦਰਖਾਸਤ ਦਿੱਤੀ ਆ ਤੈਨੂੰ ਮੇਰੇ ਤੇ ਭਰੋਸਾ ਨਹੀਂ ਤੈਨੂੰ ਪੰਚਾਇਤ ਤੇ ਭਰੋਸਾ ਨਹੀਂ ਸਰਪੰਚਾ ਅੱਜ ਘਰ ਐਮਐਲਏ ਸਾਹਮਣੇ ਆਉਣਾ ਉਹ ਛੇਤੀ ਨਿਬੇੜਾ ਮਸਲਾ ਬੀਬੂ ਤੂੰ ਸੁੱਚਾ ਸਿੰਘ ਸਰਦਾਰ ਦੇ ਖਿਲਾਫ ਦੁਗਣੀ ਦੀ ਇੱਜ਼ਤ ਲੁੱਟਣ ਦਾ ਇਲਜ਼ਾਮ ਲਾ ਰਿਹਾ ਇਹ ਇਲਜ਼ਾਮ ਆ ਕੋਈ ਬਾਪ ਆਪਣੀ ਧੀ ਦੀ ਇੱਜ਼ਤ ਦੀ ਲੁੱਟਣ ਦੀ ਕਹਾਣੀ ਬਣਾ ਸਕਦਾ ਹੈ ਕੀ ਬੋਲੀ ਜਾ ਰਿਹਾ ਸਰਪੰਚਾ ਉਹ ਚੱਲ ਤੇਰੀ ਵੀ ਮੰਨ ਲਈ ਪਰ ਤੂੰ ਇਹ ਤਾਂ ਦੇਖ ਸਰਦਾਰ ਜੀ ਖੁਦ ਤੇਰੇ ਨਾਲ ਗੱਲ ਕਰ ਰਹੇ ਆ ਅਗਾਂਹ ਤੋਂ ਆਪਣੇ ਪੁੱਤਰ ਨੂੰ ਸਮਝਾ ਦੇਣਗੇ ਕਿਉਂ ਸਰਦਾਰ ਜੀ ਆਹੋ ਉਹ ਨਾਲੇ ਮਾੜੀ ਮੋਟੀ ਗਲਤੀ ਹੋ ਹੀ ਜਾਂਦੀ ਆ ਓਏ ਇਸ ਉਮਰ 'ਚ ਨੌਜਵਾਨਾਂ ਦਾ ਖੂਨ ਉਛਾਲਾ ਮਾਰੇ ਹੀ ਜਾਂਦਾ ਪਰ ਤੇਰੀ ਇੰਨੀ ਤਲਖੀ ਠੀਕ ਨਹੀਂ ਤੂੰ ਸਾਡੇ ਖਿਲਾਫ ਥਾਣੇ 'ਚ ਪਹੁੰਚਿਆ ਨਾ ਥਾਣਾ ਮੇਰੇ ਤੇ ਡਿੱਗ ਪਊ ਸਰਪੰਚਾ ਮੇਰੀ ਧਿਆਨ ਨਾਲ ਗੱਲ ਸੁਣ ਲੈ ਸਾਡੀ ਬਸਤੀਆਂ ਦੇ ਮੁੰਡਿਆਂ ਤੇ ਇਹ ਉਮਰ ਆਉਂਦੀ ਆ ਉਹਨਾਂ ਦਾ ਵੀ ਖੂਨ ਉਛਾਲੇ ਮਾਰਦਾ ਉਹ ਨਿਕਲਦੇ ਬੜੇ ਤੁਹਾਡੀ ਕੋਠੀਆਂ 'ਚ ਓਏ ਤੈਨੂੰ ਹੋਸ਼ ਹੈ ਕੀ ਬੋਲ ਰਿਹਾ ਇਹਦੇ ਨਾਲ ਬੋਲ ਰਿਹਾ ਓਏ ਤੁਹਾਡੇ ਲਈ ਤਾਂ ਇਹ ਮਾੜੀ ਮੋਟੀ ਗਲਤੀ ਆ ਇਹ ਕਾਰਾ ਤਾਂ ਗਰੀਬੀ ਧੀ ਦਾ ਨਾਲ ਵਾਪਰਿਆ ਧੀ ਦਾ ਨਾਲ ਓਏ ਜਾਂ ਤਾਂ ਕੁਝ ਹੋ ਰਹੀ ਆ ਰਿਹਾ ਸੀ ਤੇਰੀ ਧੀ ਨੇ ਆਪ ਸੱਦਿਆ ਸੀ ਉਹਨੂੰ ਆਪਣੇ ਘਰ ਮੁੜ ਕੇ ਬਲੈਕਮੇਲ ਕਰਨ ਲਈ ਰੌਲਾ ਪਾ ਦਿੱਤਾ ਆ ਤੁਸੀਂ ਲੋਕ ਮੇਰੇ ਮੁੰਡੇ ਨੂੰ ਬਦਨਾਮ ਕਰਨ ਦੀ ਚਾਲ ਚੱਲ ਰਹੇ ਹੋ ਮਰ ਗਿਆ ਓਏ ਰੱਬਾ ਏ ਚੁਗਲੀਆ ਬੀਬੂ ਅਕਲ ਤੋਂ ਕੰਮ ਲੈ ਅਕਲ ਤੋਂ ਉੱਠ ਸਰਦਾਰ ਸਾਹਿਬ ਦੀ ਪਹੁੰਚ ਦਾ ਤੈਨੂੰ ਅੰਦਾਜ਼ਾ ਨਹੀਂ 2-4 ਮੰਤਰੀ 5-7 ਐਮਐਲਏ ਸਰਦਾਰ ਉਹਨਾਂ ਦੀ ਜੇਬ 'ਚ ਹੀ ਹੁੰਦੇ ਆ ਬਸ ਜੇਬ 'ਚੋਂ ਫੋਨ ਕੱਢ ਕੇ ਨੰਬਰ ਹੀ ਮਿਲਾਉਣਾ ਸਿੱਧੀ ਗੱਲਬਾਤ ਹੋ ਜਾਂਦੀ ਆ ਉਹ ਸਰਪੰਚਾ ਤੂੰ ਤਾਂ ਸਾਂਝਾ ਬੰਦਾ ਹੈ ਤੈਨੂੰ ਤਾਂ ਸੱਚ ਵੱਲ ਪਾਸੇ ਕਰਨਾ ਚਾਹੀਦਾ ਧੱਕਾ ਸਾਡੇ ਨਾਲ ਹੋਇਆ ਖੜਾ ਤਾਂ ਦੂਜੇ ਪਾਸੇ ਆ ਤੂੰ ਇੱਥੇ ਮੈਨੂੰ ਜਲੀਲ ਕਰ ਲਈ ਸੱਦਿਆ ਸੀ ਦੱਸ ਮੇਰਾ ਫਰਜ਼ ਤੈਨੂੰ ਸਮਝਾਉਣਾ ਸੀ ਮੰਨਣਾ ਜਾਂ ਨਾ ਮੰਨਣਾ ਇਹ ਤੇਰੀ ਮਰਜ਼ੀ ਆ ਸਰਦਾਰ ਮਾਲ ਸਿੰਘ ਜੀ ਕੰਮ ਤਾਂ ਸੁੱਚੇ ਨੇ ਗਲਤ ਕੀਤਾ ਪਰ ਮੈਂ ਗੱਲ ਹੁਣ ਨਵੇੜਨ ਲੱਗਿਆ ਤੁਸੀਂ ਨਾ ਕਰਿਓ ਗਰੀਬ ਦੀ ਕੁਛ ਮਦਦ ਕਰ ਦਿਓ
ਰੀਪੂ ਕੁੜੀ ਦੀ ਇੱਜ਼ਤ ਦਾ ਸਵਾਲ ਆ। ਗੱਲ ਘਰ ਵਿੱਚ ਹੀ ਨੱਪ ਠੱਪ ਹੋ ਜੂ ਤਾਂ ਬਿਹਤਰ ਆ। ਓਏ ਕਿਹੜਾ ਇਨਸਾਫ ਕਰਨ ਲੱਗਾ ਹੋਇਆ ਮੇਰੇ ਨਾਲ ਸਰਪੰਚਾ ਤੂੰ? ਦੱਸ। ਸਰਦਾਰ ਜੀ ਜੋ ਮੈਂ ਕਹਿੰਦਾ ਉਹ ਕਰੋ। ਅੰਦਰੋਂ ਸੁੱਚੇ ਨੂੰ ਆਵਾਜ਼ ਮਾਰੋ, ਆ ਕੇ ਗਰੀਬੂ ਤੋਂ ਮਾਫੀ ਮੰਗ ਲਵੇ। ਓ ਕੋਈ ਗੱਲ ਨਹੀਂ, ਸਰਪੰਚਾ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ। ਓਏ ਅੱਗੇ ਗੱਲ ਕਰੀ ਜਾਨਾ, ਜੇ ਪੈਸੇ ਹੀ ਦੇਣੇ ਆ ਤੇ ਕਾਦੀ ਮਾਫੀ ਮੰਗਣੀ ਹੈ? ਤੂੰ ਵੀ ਹੱਦ ਹੀ ਕਰੀ ਜਾਨਾ। ਮਾਫੀ ਦਾ ਕੀ ਏ? ਮਾਫੀ ਤਾਂ ਮੈਂ ਮੰਗ ਲੈਣਾ। ਮਾਫ ਕਰ ਦੇ ਸੁੱਚੇ ਨੂੰ ਭਰਾਵਾ। ਮਾਫੀ ਮੰਗਣ ਦੇ ਨਾਲ ਕੋਈ ਛੋਟਾ ਥੋੜੀ ਹੋ ਜਾਂਦਾ। ਆ ਲੈ ਫੜ ਗਰੀਬੂ, ਸੁੱਚੇ ਨੂੰ ਮਾਫ ਕਰ ਦੇ। ਓ ਸਰਪੰਚਾ, ਓ ਤੂੰ ਮੇਰੇ ਜ਼ਖਮਾਂ ਤੇ ਲੂਣ ਛਿੜਕ ਰਿਹਾ? ਆ ਫੜ ਆਪਣੇ ਪੈਸੇ। ਮੈਂ ਕੋਈ ਫੈਸਲਾ ਨਹੀਂ ਕਰਨਾ। ਕੋਈ ਜੋ ਕਰਨਾ ਕਰਨਾ। ਬਗਾੜ ਨਹੀਂ ਮੇਰਾ ਜੋ ਬਗਾੜਨਾ, ਕੋਈ ਕਸਰ ਰਹਿ ਨਾ ਜਾਵੇ। ਤੂੰ ਸ਼ੇਰ ਦੀ ਪੂਛ ਨੂੰ ਹੱਥ ਲਾਇਆ, ਸ਼ੇਰ ਦੀ। ਨਤੀਜਾ ਭੁਗਤਣ ਲਈ ਵੀ ਤਿਆਰ ਨਹੀਂ ਹੋਣਾ। ਰੀਪੂ ਥਾਣੇ ਕਚਹਿਰੀਆਂ ਦੇ ਚੱਕਰ ਵਿੱਚ ਨਹੀਂ ਪਈਦਾ। ਇਹ ਰਸਤਾ ਬੜਾ ਲੰਮਾ ਹੁੰਦਾ। ਵੱਡੇ ਵੱਡੇ ਥੱਕ ਜਾਂਦੇ ਆ ਇਸ ਰਸਤੇ ਤੇ ਜਾਂਦੇ ਆ। ਨਾਲੇ ਵਕੀਲਾਂ ਦੇ ਢਿੱਡ ਭਰਨੇ ਤੂੰ ਕਰਨ ਦੇ ਬਰਾਬਰ ਹੁੰਦੇ ਆ। ਮੈਨੂੰ ਪਤਾ, ਮੈਂ ਸਮਝਦਾ ਤੇਰਾ ਗੁੱਸਾ ਵੀ ਜਾਇਜ਼ ਆ, ਪਰ ਤੂੰ ਇਹ ਤਾਂ ਦੇਖ ਸਰਦਾਰ ਸਾਹਿਬ ਦੇ ਖਿਲਾਫ ਗਵਾਹੀ ਦੇਣ ਦੀ ਹਿੰਮਤ ਕੌਣ ਕਰੂਗਾ? ਓ ਸਰਪੰਚਾ, ਕਿਉਂ ਐਵੇਂ ਰੀ ਰੀ ਕਰੀ ਜਾਨਾ? ਕਰ ਲੈਂਦੇ ਨੂੰ ਜੋ ਇਹਨੇ ਕਰਨਾ। ਰੀਪੂ ਕੁੜੀਆਂ ਦੀਆਂ ਇੱਜ਼ਤਾਂ ਥਾਣੇ ਕਚਹਿਰੀਆਂ ਵਿੱਚ ਉਛਾਲੀ ਦੀਆਂ ਨਹੀਂ ਹੁੰਦੀਆਂ। ਨਾਲੇ ਹੁਣ ਵਕਤ ਆ ਪਰਦਾ ਪਾਉਣ ਦਾ। ਪਰਦਾ ਪਾਇਆ ਜਾ ਸਕਦਾ। ਸਰਦਾਰ ਜੀ ਜੋ ਮੈਂ ਕਹਿੰਦਾ ਉਹ ਕਰੋ। ਅੰਦਰੋਂ ਸੁੱਚੇ ਨੂੰ ਆਵਾਜ਼ ਮਾਰੋ, ਆ ਕੇ ਗਰੀਬੂ ਤੋਂ ਮਾਫੀ ਮੰਗ ਲਵੇ, ਨਾਲੇ ਪੈਸੇ ਗਰੀਬੂ ਨੂੰ ਦੇਵੇ। ਜਾ ਓ ਸੁੱਚਿਆ, ਓ ਸ਼ਰਮ ਕਰੋ ਕੰਜਰਾ। ਜੇ ਡੁੱਬਣਾ ਹੀ ਸੀ ਤਾਂ ਥਾਂ ਤਾਂ ਦੇਖ ਲੈਂਦਾ। ਕਿਉਂ ਆ ਗੰਦੀ ਛੱਪੜੀ ਵਿੱਚ ਜਾ ਡੁੱਬਿਆ? ਆ ਤੇਰੀ ਇਸੇ ਕਰਤੂਤ ਕਰਕੇ ਸਾਨੂੰ ਆ ਦੋ ਆਨੇ ਦੇ ਬੰਦੇ ਦੀਆਂ ਮਿਹਨਤਾਂ ਕਰਨੀਆਂ ਪੈ ਰਹੀਆਂ। ਸਰਦਾਰ ਜੀ ਚੁੱਪ ਕਰੋ, ਕੋਈ ਗੱਲ ਨਹੀਂ। ਸੁੱਚਿਆ ਆ ਪੈਸੇ ਚੱਕ ਕੇ ਗਰੀਬੂ ਨੂੰ ਫੜਾ ਦੇ, ਨਾਲੇ ਇਹਦੇ ਕੋਲ ਮਾਫੀ ਮੰਗ। ਬਾਕੀ ਗਰੀਬੂ ਕੋਈ ਗੱਲ ਨਹੀਂ, ਇਹਦੇ ਵਿਆਹ ਤੇ ਸਰਦਾਰ ਹੁਣੀ ਮਦਦ ਕਰ ਦੇਣਗੇ। ਹੌਸਲਾ ਰੱਖ। ਹੀਰੋ ਪਾਣੀ ਦੇ। ਤੈਨੂੰ ਸਰਪੰਚ ਨੇ ਕਿਉਂ ਸੱਦਿਆ ਸੀ? ਗੱਲ ਤੇ ਮਿੱਟੀ ਪਾਉਣ ਨੂੰ, ਰਫਾ ਦਫਾ ਕਰਨ ਨੂੰ। ਉਹ ਇਹਨੇ ਕੀ ਕਹਿਣਾ ਬੇਬੇ? ਇਹਦੇ ਤਾਂ ਗਲ ਵਿੱਚ ਘੁੰਗਣੀਆਂ ਪੈ ਜਾਂਦੀਆਂ। ਮੈਂ ਕੀ ਕਹਿਣਾ ਸੀ? ਸਰਪੰਚ ਮੈਨੂੰ ਮਾਨ ਸਿੰਘ ਦੀ ਕੋਠੀ ਲੈ ਗਿਆ।
ਉਹ ਤੈਨੂੰ ਸ਼ਰਮ ਨਾ ਹੀ ਉੱਥੇ ਜਾਂਦੇ ਨੇ ਉਹੀ ਰਹਿਣਾ ਮੰਖਣੀ ਜਾਤ। ਓਏ ਮੈਂ ਤਾਂ ਮੰਗਣੀ ਜਾਂਦਾ, ਤੂੰ ਸਾਰਾ ਹੀ ਜਾਂਦਾ ਕਿਹੜਾ ਸਿੱਧੂ ਬਰਾੜਾ ਦੇ ਘੁਲਵੇ ਜਵਾ। ਰਾਜੂ ਕੁਝ ਗੱਲ ਤਾਂ ਸੁਣ ਲੈ, ਉਹ ਕੀ ਕਰਕੇ ਆਇਆ? ਉਹ ਮੈਨੂੰ ਪਤਾ ਹੀ ਆ ਬੇਬੇ, ਜਿਹੜੀ ਇਹ ਕੜੀ ਘੋਲ ਕੇ ਆਇਆ ਵਾ। ਖਾਨ ਸਿੰਘ ਪੈਸਿਆਂ ਦਾ ਲਾਲਚ ਦੇ ਰਿਹਾ ਸੀ ਤੇ ਸੁੱਚਾ ਮਾਫੀ ਮੰਗ ਰਿਹਾ ਸੀ। ਤੂੰ ਕੀ ਬੋਲਿਆ? ਮੈਂ ਕੀ ਬੋਲਦਾ ਸੀ? ਉਹ ਜੇ ਨਹੀਂ ਬੋਲ ਹੁੰਦਾ ਸੀ ਤਾਂ ਜਿਹੜਾ ਤੇਰੇ ਮੂੰਹ 'ਚ ਥੁੱਕ ਆਉਂਦਾ ਨਾ ਉਹਦੇ ਮੂੰਹ ਤੇ ਥੁੱਕ ਕੇ ਆਉਂਦਾ। ਜਿਹੜੇ ਪੈਸੇ ਦਿੰਦਾ ਸੀ ਨਾ ਉਹਦੇ ਮੂੰਹ ਤੇ ਮਾਰਦਾ। ਓ ਤੁਸੀਂ ਤਾਂ ਏਦਾਂ ਕਹਿੰਦੇ ਆ ਜਿੱਦਾਂ ਉੱਥੇ ਕਿ ਮੈਂ ਪਾਰਟੀ ਖਾ ਕੇ ਆਇਆ ਹਾਂ। ਉਹ ਮੈਂ ਜਾਣਦਾ ਉਹਨੂੰ, ਵੱਡਾ ਬਣੀ ਫਿਰਦਾ ਸਰਦਾਰ। ਉਹ ਨਸ਼ਿਆਂ ਦਾ ਵਪਾਰੀ ਆ ਉਹ। ਇਲਾਕੇ ਦੇ ਸਾਰੇ ਮੁੰਡੇ ਗਾਲ ਕੇ ਰੱਖਤੇ। ਕੱਲਾ ਕੱਲਾ ਭੇਦ ਬੋਲੂੰਗਾ ਮੈਂ ਉਹਦਾ ਬਸਤੀ ਵਾਲੇ ਕੋ। ਉਹ ਸੋਚਿਆ ਜਿੱਦਣ ਕਿਤੇ ਮੈਨੂੰ ਟੱਕਰ ਗਿਆ ਨਾ, ਜੇ ਜੰਮਣ ਤੋਂ ਛੋਟਾ ਨਾ ਕੀਤਾ ਮੈਨੂੰ ਬੰਦੇ ਦਾ ਪੁੱਤ ਨਾ ਕੀ। ਰਾਜੂ ਕਿਉਂ ਰੌਲਾ ਪਾਉਂਦਾ? ਨਾ ਹੁਣ ਉੱਚੀ ਉੱਚੀ ਬੋਲ ਕੇ ਬਸਤੀ ਨੂੰ ਇਕੱਠੀ ਕਰਨਾ ਆ। ਸਾਡੇ ਮੂੰਹ ਤੇ ਤਾਂ ਜਿਹੜੀ ਬੇਬੇ ਕਲਕ ਪੋਚੀ ਜਾਣੀ ਦੀ ਪੋਚੀ ਗਈ, ਪਰ ਜਦ ਤੱਕ ਉਹਨਾਂ ਨੂੰ ਉਹਦੇ ਕੀਤੇ ਦੀ ਸਜ਼ਾ ਨਹੀਂ ਦਿੰਦੇ ਨਾ ਚੁੱਪ ਕਰਕੇ ਬਹਿਣਾ ਲਾਹਨਤ ਆ ਸਾਡੇ ਦੇ। ਮੈਨੂੰ ਤਾਂ ਏਦਾਂ ਲੱਗਦਾ ਨਾ ਇਨਸਾਫ ਮਿਲਣਾ ਪੰਚਾਇਤ ਕੋਲੋਂ ਤੇ ਨਾ ਮਿਲਣਾ ਪੁਲਿਸ ਕੋਲੋਂ। ਉਸ ਕੋਲ ਦਰਖਾਸਤ ਦਿੱਤੀ ਹੋਈ ਆ, ਦੇਖਦੇ ਕੀ ਬਣਦਾ। ਤਾਂ ਕੀ ਕਰੋਗੇ ਪੁਲਿਸ? ਬਾਦੂ ਦੀ ਥਾਣੇ ਕਚਹਿਰੀਆਂ ਦੇ ਵਿੱਚ ਖੱਜਲ ਖਵਾਰੀ ਹੋਊਗੀ। ਏਦਾਂ ਕਰਦੇ ਆ, ਬਸਤੀ ਵਾਲੇ ਇਕੱਠੇ ਕਰਦੇ ਆ ਤਾਂ ਚੱਲਦੇ ਥਾਣੇ ਮੂਹਰੇ ਧਰਨਾ ਲਾਉਂਦੇ ਆ। ਜਦੋਂ ਉਹਨਾਂ ਦੀ ਨਾਕੇ 'ਚ ਦਮ ਹੋਇਆ ਨਾ ਤਾਂ ਆਪੇ ਦੱਸਣਗੇ ਉਹ। ਮਿੰਟੋ ਮਿੰਟੀ ਖਬਰ ਦੁਨੀਆ ਤੱਕ ਪਹੁੰਚ ਜਾਂਦੀ ਆ। ਕੁੜੀ ਆਪਣੀ ਦੀ ਬਦਨਾਮੀ ਹੋਊਗੀ। ਕੋਈ ਨਹੀਂ ਬੇਬੇ, ਪਰ ਉਹਨਾਂ ਨੂੰ ਆਪਾਂ ਛੱਡਣਾ ਨਹੀਂ ਹੈਗਾ। ਉਹਨਾਂ ਦੇ ਕੀਤੇ ਹੀ ਸਜ਼ਾ ਤਾਂ ਦੇਣੀ ਦੇਣੀ ਆ। ਮੈਂ ਤਾਂ ਇਹ ਕਹਿੰਨੀ ਆ ਸਬਰ ਦਾ ਘੁੱਟ ਭਰੋ ਤੇ ਬਹਿ ਜਾਓ। ਕੁੜੀ ਨੂੰ ਕਾਹਦੋਂ ਮੰਗਣਾ ਵਿਆਹਣਾ ਵੀ ਆ? ਤੂੰ ਕੁਝ ਦੱਸ ਜੁਗਰੀ ਦੇ ਪਾਪਾ। ਇਹਨੂੰ ਪੁੱਛ ਲੈ ਬੱਬਰ ਸ਼ੇਰ ਨੂੰ, ਮੈਂ ਤਾਂ ਚੂਹਾ ਹੀ ਆ। ਉਹ ਸੁੱਚਿਆ, ਓਏ ਤੂੰ ਭੁੰਡਾ ਦੇ ਖੱਕਰ ਨੂੰ ਹੱਥ ਪਾ ਲਿਆ। ਉਹ ਤੈਨੂੰ ਨਹੀਂ ਛੱਡਦਾ, ਤੇਰੇ ਮੈਂ ਸੀਰ ਮੇ ਪੀਜੂ, ਸੀਰ ਮੇ ਬੋਟੀਆਂ ਬੋਟੀਆਂ ਕਰਕੇ ਖਾ ਜੂ ਤੈਨੂੰ। ਉਹ ਤੈਨੂੰ ਨਹੀਂ ਛੱਡਦਾ। ਰਾਜੂ ਹੋਸ਼ ਤੋਂ ਕੰਮ ਲੈ। ਹੁਣ ਲੀਕ ਪਿੱਟਣ ਦਾ ਕੀ ਫਾਇਦਾ? ਸੱਪ ਦਾ ਡੰਗ ਮਾਰ ਕੇ ਚਲਾ ਗਿਆ। ਵੇ ਜੇ ਸੱਪ ਡੰਗ ਮਾਰ ਗਿਆ ਨਾ ਤਾਂ ਮੈਨੂੰ ਵੀ ਹੋ ਗਿਆ ਸਿਰੀਆਂ ਫੀੜੀਆਂ ਆਉਂਦੀਆਂ ਨੇ। ਮੈਂ ਨਹੀਂ ਛੱਡਦਾ ਇਹਨਾਂ ਨੂੰ, ਮੈਂ ਨਹੀਂ ਛੱਡਦਾ। ਉਹ ਗੱਲ ਸੁਣ, ਉਹ ਤੂੰ ਕਿਤੇ ਕੁੜੀ ਦੀ ਇੱਜ਼ਤ ਦਾ ਸੌਦਾ ਤਾਂ ਨਹੀਂ ਕਰਿਆ? ਓ ਸ਼ਰਮ ਕਰੋ ਸ਼ਰਮ। ਓ ਜੇ ਮੈਂ ਬੁੱਢਾ ਹੋ ਗਿਆ ਓਏ ਦਾ ਮਤਲਬ ਓਏ ਓ ਮੇਰਾ ਖੂਨ ਤਾਂ ਨਹੀਂ ਠੰਡਾ ਹੋ ਗਿਆ। ਓ ਮੇਰਾ ਰੱਬਾ ਓ ਮੈਨੂੰ ਕੁਝ ਸਮਝ ਨਹੀਂ ਲੱਗਦੀ ਮੈਂ ਕਰਾਂ ਕੀ। ਜਗੀਰੋ ਕਰ ਰਹੀਆਂ। ਲੰਘ ਗਿਆ ਚੰਦਾ ਘਰੇ ਹੀ ਆ ਅਸੀਂ। ਇਹ ਚੀਜ਼ਾਂ ਕਿਉਂ ਮੂੰਹ ਲਟਕਾ ਕੇ ਬੈਠਾ? ਰਾਜੂ ਲੜਦਾ ਨਹੀਂ ਪਿਆ ਇਹਦੇ ਨਾਲ? ਰਹਿਣ ਦੇ ਆਪਣੀ ਮਾਸੀ ਨੂੰ। ਜਗੀਰੋ ਕਹਿੰਦੀ ਸੀ ਵੀ ਉਹਨੂੰ ਅੱਜ ਕੱਲ੍ਹ ਚੱਕਰ ਆਉਂਦੇ ਆ ਤੇ ਬਿਜਲੀ ਨੂੰ ਨੱਚਣਾ ਤੋਂ ਮਨਾ ਕਰ ਦਿੱਤਾ ਆ। ਤੇ ਮੈਂ ਤਾਂ ਕਹਿਣ ਆਈ ਸੀ ਵੀ ਤੇਰੇ ਨਾਲ ਉਹ ਕੱਟ ਕਰਵਾਉਣਾ ਮੈਂ ਜਾਇਆ ਕਰੂੰਗੀ ਤੇ ਨਾਲੇ ਫਿਰ ਦੇਖੀ ਤੇਰੀ ਢੋਲਕੀ ਦੀ ਕੰਮ ਨਾਲੋਂ ਮੇਰੀ ਅੱਡੀ ਦੀ ਧਮਕ ਕਿੱਦਾਂ ਪੈਂਦੀ ਆ। ਪਰ ਗੱਲ ਦੀ ਜਦੋਂ ਚਿੱਤ ਜਿਹਾ ਰਾਜਨੀਤੀ ਹੈ, ਤੈਨੂੰ ਦੇਖ ਕੇ ਤਾਂ ਸਾਰਾ ਥਕੇਵਾ ਉਤਰ ਜਾਂਦਾ ਸੀ। ਕੀ ਗੱਲ ਹੋ ਗਈ? ਮੇਰਾ ਕੀ ਗੱਲ ਹੋ ਗਈ? ਬਸ ਬੇਬੇ, ਕਿਉਂ ਲੜਦਾ ਰਹਿੰਦਾ ਉਹਦੇ ਨਾਲ? ਉਹ ਕੁਛ ਨਹੀਂ ਮੁੱਕੀ। ਕੁਛ ਨਹੀਂ ਚੰਦਾ। ਆ ਦੋਵੇਂ ਪਿਓ ਪੁੱਤ ਬੈਠੇ ਕੋਈ ਸਲਾਹ ਕਰਦੇ ਸੀ। ਆ ਗੱਲਾਂ ਗੱਲਾਂ 'ਚ ਖੇਪੜ ਪਏ। ਤੇ ਰਾਤੀ ਤੋਂ ਰਾਤ ਢੋਲਕੀ ਦਾ ਕੰਮ ਕਿੰਨਾ ਚੱਲਦਾ ਅੱਜ ਕੱਲ੍ਹ? ਠੀਕ ਆ ਮਾਸੀ, ਚੰਨਾ ਹੀ ਕੁੱਟਣਾ ਢੋਲਦਾ ਹੋਇਆ ਚਾਹੇ ਢੋਲਕੀ ਦਾ। ਤੇ ਜਲਦੀ ਕੰਮ ਫੇਰ ਬਸ ਗੁਜ਼ਾਰਾ ਚੱਲੀ ਜਾਂਦਾ ਮਾਸੀ। ਜਦ ਆ ਹੋਈ ਨਾ ਗੱਲ, ਉਹ ਗੱਲ ਤਾਂ ਸੁਣ।
ਹੋਇਆ ਜੀ ਕਿਉਂ ਇਹਨਾਂ ਨੂੰ ਹੈ ਕੋਈ ਗੱਲ ਵੀ ਨਹੀਂ ਸੁਣਦਾ ਉਹ ਚੱਲ ਕੁਛ ਨਾ ਕਹੀ ਤੂੰ ਇਹਨਾਂ ਆ ਲੈ ਫੜ ਆ 20,000 ਰੁਪਇਆ ਆ ਆ ਬੋਬੀ ਨੇ ਭੇਜਿਆ ਆ ਲੈ ਫੜ ਫੜ ਆ ਲੈ ਉਹਨੇ ਆਪਣੇ ਉਸਤਾਦ ਨਾਲ ਗੱਲ ਕਰ ਲਈ ਆ 20,000 ਰੁਪਇਆ ਫੜ ਚੰਗਾ ਤੂੰ ਕੋਲ ਹੀ ਰੱਖ ਹੁਣ ਕੀ ਗੱਲ ਹੋ ਗਈ ਕੁਛ ਨਹੀਂ ਜੁਗਰੀ ਦਾ ਪਾਪਾ ਨਾ ਮੰਨਦਾ ਨਹੀਂ ਆ ਘਰ ਆਈ ਲక్ష్ਮੀ ਨੂੰ ਮੋੜਨ ਲੱਗੇ ਹੋਏ ਆ ਦਰਜੀਆਂ ਦੀ ਵੀ ਕੋਈ ਛੂਟ ਹੁੰਦੀ ਆ 4 ਸਾਲਾਂ ਦੇ ਵਿੱਚ ਹੱਥ ਰਹਿ ਜਾਂਦੇ ਅੱਖਾਂ ਰਹਿ ਜਾਂਦੀਆਂ ਲੱਤਾਂ ਰਹਿ ਜਾਂਦੀਆਂ ਮਸ਼ੀਨ ਚਲਾ ਚਲਾ ਕੇ ਕਿੱਥੇ ਗਈ ਹੈ ਟੁੱਟੀ ਉਹ ਤਾਂ ਬੈਠੀ ਆ ਰਾਜੂ ਦੀ ਕੋਠੀ ਬਿਜਲੀ ਕੋਲ ਚਲ ਮੈਂ ਗੱਲ ਕਰਦੀ ਆ ਫਿਰ ਉਹਦੇ ਨਾਲ ਘਰ ਆਈ ਲక్ష్ਮੀ ਨੂੰ ਮੋੜਨ ਲੱਗੇ ਤੁਸੀਂ ਤਾਂ ਜਨਾਬ ਮੁੱਲੀ ਵਾਲੇ ਪਰੌਂਠੇ ਨਾਲ ਅੰਬ ਤਾਜ਼ਾ ਮਜ਼ਾ ਆ ਗਿਆ ਜਨਾਬ ਓਏ ਤੂੰ ਗਰੀਬੂ ਆ ਉਹ ਜਨਾਬ ਇਹ ਤਾਂ ਸ਼ਕਲ ਤੋਂ ਹੀ ਨਹੀਂ ਲੱਗਦਾ ਆਇਆ ਸੀ ਖਾਣੇ ਸਾਹਿਬ ਦਾ ਫੋਨ ਉਹ ਸਰਦਾਰ ਬਾਲ ਸਿੰਘ ਘਰ ਦੇ ਗਏ ਆ ਹਾਂਜੀ ਉਹਦੇ ਘਰਾਂ ਵਾਲੇ ਮੰਤਰੀ ਸਾਹਿਬ ਮੰਤਰੀ ਸਾਹਿਬ ਉਹਨੇ ਕਿਹਾ ਸੀ ਵੀ ਗਰੀਬੂ ਦਾ ਖਾਸ ਧਿਆਨ ਰੱਖਣਾ ਆ ਖਾਸ ਬਈ ਤਕਲੀਫ ਬੜੀ ਹੋਣੀ ਚਾਹੀਦੀ ਨਹੀਂ ਜਨਾਬ ਮੇਰੇ ਹੁੰਦੇ ਨੂੰ ਤਕਲੀਫ ਨਹੀਂ ਹੋ ਸਕਦੀ ਜਨਾਬ ਮੈਨੂੰ ਕੋਈ ਤਕਲੀਫ ਨਹੀਂ ਲੈ ਏਦਾਂ ਕਿੱਦਾਂ ਜੇ ਥਾਣੇਦਾਰ ਸਾਹਿਬ ਸਾਨੂੰ ਪੁੱਛੂਗੇ ਤਾਂ ਅਸੀਂ ਕੀ ਜਵਾਬ ਦੇਵਾਂਗੇ ਏਦਾਂ ਕਰ ਇੱਥੇ ਬੈਠਾਂਗੇ ਉਹ ਜਨਾਬ ਉਧਰ ਕਿੱਧਰ ਇੱਥੇ ਬਣਾਓ ਜੀ ਇੱਥੇ ਚੱਲ ਵੇ ਇੱਧਰ ਆ ਹਾਂ ਨਾਲੇ ਤੇਰਾ ਦਿਲ ਲੱਗਿਆ ਰਹੂ ਉਧਰ ਦੇਖ ਆ ਦੇਖ ਪਿੱਛੇ ਦੇਖ ਬਈ ਆ ਦੇਖ ਇੱਧਰ ਇਹ ਇੱਧਰ ਜਾ ਲੱਗਿਆ ਤੂੰ ਵੀ ਹੱਥ ਜਨਾਬ ਅੱਜ ਚੀਕਾਂ ਦੀ ਆਵਾਜ਼ਾਂ ਕਿਉਂ ਆ ਰਹੀਆਂ ਨੇ ਉਹ ਇਹ ਸੇਵਾ ਕੇਂਦਰ ਹੈ ਤੂੰ ਇਸ ਨੂੰ ਪ੍ਰੈਕਟੀਕਲ ਦੀ ਕਲਾਸ ਵੀ ਸਮਝ ਸਕਦਾ ਹੈ ਇੱਥੇ ਪੁਲਿਸ ਵਿੱਚ ਭਰਤੀ ਹੋਏ ਨਵੇਂ ਮੁੰਡੇ ਲੋਕਾਂ ਨੂੰ ਕੁੱਟਣ ਦੀ ਟ੍ਰੇਨਿੰਗ ਲੈ ਰਹੇ ਨੇ ਕੌਣ ਨੇ ਉਹ ਕੋਈ ਵੀ ਹੋ ਸਕਦਾ ਹੈ ਤੂੰ ਵੀ ਹੋ ਸਕਦਾ ਹੈ ਨਾਲੇ ਸ਼ੱਕ ਹੋ ਸਕਦਾ ਹੈ ਚੋਰੀ ਦਾ ਉਹ ਮੈਂ ਕਿਹਾ ਨਜਾਇਜ਼ ਅਸਲੇ ਦਾ ਡਕੈਤੀ ਦਾ ਫਰੌਤੀ ਮੰਗਣ ਦਾ ਤੇ ਬਗੈਰਾ ਬੰਦਾ ਹੁਣ ਇਹਨਾਂ ਨੂੰ ਆਪਾਂ ਇੱਥੇ 2 ਰਾਤਾਂ ਸੇਵਾ ਕੇਂਦਰ ਵਿੱਚ ਰੱਖਾਂਗੇ ਤੇ ਤੂੰ ਆਪਣੇ ਆਪ ਨੂੰ ਦੋਸ਼ੀ ਮੰਨਣ ਲੱਗ ਪੈਣਾ ਕੌਣ ਆ ਇਹ ਆ ਇਹ ਤਾਂ ਗਰੀਬੂ ਆ ਇਹ ਆ ਗਰੀਬੂ ਪੀੜਤ ਤੇਰੀ ਕੁੜੀ ਆ ਇੱਧਰ ਆ ਇੱਧਰ ਆ ਵੀ ਆ ਇੱਧਰ ਆ ਇੱਥੇ ਬੈਠ ਇੱਥੇ ਖੜਾ ਹੋ ਜਾ ਖੜਾ ਜਲਦੀ ਕਰ ਸਾਹਮਣੇ ਗਿਆ ਉੱਧਰ ਚੱਲ ਉੱਧਰ ਚੱਲ ਤਾਂ ਪੀੜਤ ਤੇਰੀ ਕੁੜੀ ਆ ਪਹਿਲਾਂ ਅਸੀਂ ਤਫਤੀਸ਼ ਤੇ ਕਰ ਲਈਏ ਮੇਰੀ ਅਰਜ਼ੀ ਵਾਪਸ ਕਰ ਦਿਓ ਮੈਨੂੰ ਮਾਨ ਸਿੰਘ ਦੇ ਖਿਲਾਫ ਔਰ ਸੁੱਚਾ ਸਿੰਘ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਆਜੀ ਕੀ ਕਹਿਣਾ ਉਹ ਗਰੀਬੂ ਅਸੀਂ ਤਾਂ ਤੈਨੂੰ ਥਾਣੇ ਤਾਂ ਸੱਦਿਆ ਸੀ ਕਿ ਅਸੀਂ ਸੁੱਚਾ ਸਿੰਘ ਦੇ ਖਿਲਾਫ ਰਿਪੋਰਟ ਤਿਆਰ ਕਰਕੇ ਕਾਰਵਾਈ ਕਰ ਸਕੀਏ ਓਏ ਪੁਲਿਸ ਦਾ ਤਾਂ ਫਰਜ਼ ਬਣਦਾ ਨਾਗਰਿਕਾਂ ਦੀ ਸੇਵਾ ਕਰਨਾ ਜਨਾਬ ਮੇਰੀ ਅਰਜ਼ੀ ਵਾਪਸ ਕਰ ਦਿਓ ਮੈਂ ਕੋਈ ਸ਼ਿਕਾਇਤ ਨਹੀਂ ਕਰਨਾ ਚਾਹੁੰਦਾ ਜੇ ਤੇਰਾ ਹੀ ਇਰਾਦਾ ਆ ਤਾਂ ਤੇਰੀ ਮਰਜ਼ੀ ਓਏ ਜੀ ਜਨਾਬ ਆ ਲਿਖ ਜਰਾ 4 ਅੱਖਰ ਕਾਗਜ਼ ਤੇ ਹਾਂਜੀ ਜਨਾਬ ਕਿ ਮੈਂ ਕਿਸੇ ਲਾਲਚ ਵਸ ਜਾਣ ਬੁੱਝ ਕੇ ਸੁੱਚਾ ਸਿੰਘ ਦੇ ਖਿਲਾਫ ਝੂਠਾ ਪਰਚਾ ਦਰਜ ਕਰਾ ਬੈਠਾ ਮੈਂ ਨਹੀਂ ਚਾਹੁੰਦਾ ਕਿ ਪੁਲਿਸ
ਸੁੱਚਾ ਸਿੰਘ ਦੇ ਖਿਲਾਫ ਕੋਈ ਵਿਭਾਗੀ ਕਾਰਵਾਈ ਕਰੇ। ਕਾਰਵਾਈ ਕਰੇ ਜੀ। ਸੁੱਚਾ ਸਿੰਘ ਦੇ ਖਿਲਾਫ ਮੈਂ ਦਿੱਤੀ ਹੋਈ ਰਿਪੋਰਟ ਵਾਪਸ ਲੈਣਾ ਵਾ। ਵਾਪਸ ਲੈਣਾ ਜੀ ਜਨਾਬ। ਮੁੱਖਾ ਇਹ ਤੋਂ ਲਵਾ ਲਓ ਤੇ ਗਵਾਹੀ ਸਰਪੰਚ ਦੀ ਪਵਾ ਲਿਓ। ਜੀ ਜਨਾਬ। ਚੰਗਾ ਮੈਂ ਚਾਹਤਾ ਸੱਚ ਇੱਕ ਗੱਲ ਦਾ ਖਿਆਲ ਰੱਖਿਓ, ਗਰੀਬੂ ਆਪਣਾ ਖਾਸ ਬੰਦਾ ਆ। ਇਹਨੂੰ ਚਾਹ ਪਾਣੀ ਪਿਲਾ ਕੇ ਇੱਜ਼ਤ ਦੇ ਨਾਲ ਘਰੇ ਛੱਡ ਕੇ ਆਉਣਾ, ਦੇਸ਼ ਦੇ ਚੰਗੇ ਨਾਗਰਿਕਾਂ ਦੀ ਸੇਵਾ ਕਰਨਾ ਉਸ ਦਾ ਫਰਜ਼ ਬਣਦਾ ਹੈ। ਜੀ ਜਨਾਬ। सरकारे सरकारे हक मंगदे गरीबी मारे। सरकारे सरकारे हक मंगदे गरीबी मारे। बोला ही कानून हो गया, चीख सुनी नाराज दरबारे। सरकारे सरकारे हक मंगदे गरीबी मारे। कावा सुन कावा किनू दिल दा मैं हाल सुनावा। कावा वे सुन कावा किनू दिल दा मैं हाल सुनावा। लोका पाने सिवा कपड़े मैं फटी रूनू टाकिया। कावा कावा सुन कावा किनू दिल दा मैं हाल सुनावा। ललकारे ललकारे मापे बन गए गंडोले सारे। ललकारे ललकारे मापे बन गए गंडोले सारे। सिरियों दी पंड ना होई, सप मारदा फिरे फुंकारे। ललकारे ललकारे मापे बन गए गंडोले सारे। अब लड़कों की गरीबू चलो खड़ो यहाँ। सरदारा ना यारी लाइया लेकर मौजा सोने। गरीबू ਤੁਹਾਡੇ ਘਰਾਂ ਚੁੱਪ ਚੰਗੀ ਨਹੀਂ ਲੱਗਦੀ ਓਏ। ਤੁਹਾਡੇ ਘਰ ਢੋਲ ਢੋਲਕੀ ਵੱਜਦੇ ਰਹਿਣ, ਨਾਚ ਗਾਣੇ ਹੁੰਦੇ ਰਹਿਣ, ਆਈ ਚੰਗਾ ਲੱਗਦਾ ਓਏ। ਅੱਛਾ ਇਹ ਲੱਗਦੀ सरदारा ढोलकी जे नचदी दी बांह फड़ लई, डाका दा नहीं मारिया। ਬੱਚਾ ਜੇ ਤੂੰ ਭਾਣੀ ਚਾਹਨਾ ਨਾ ਵਾਪਸ ਮੁੜ ਜਾ। ਨਿਕਲ ਜਾ ਇੱਥੋਂ ਸਰਦਾਰਾ। जगीरो आ तेरे लिए एक मैं जहाज ही ले गया। गुरु नहीं जगीरो नहीं
तेरे नहीं हीरो तेरे बूटे पैरा च सजने नहीं माड़ा अंदरों चुगली नूं बाज मार ते ओनूं कह ਇਹਨੂੰ ਪੈਰਾਂ ਵਿੱਚ ਪਾ ਕੇ ਮੈਨੂੰ ਇੱਕ ਗੇੜਾ ਦੇ ਕੇ ਦਿਖਾਵੇ ਮੈਂ ਉਹਦੇ ਉੱਤੇ ਰੁਕ ਨੋਟਾਂ ਦਾ ਵਾਰਨਾ ਨੋਟਾਂ ਦਾ ਅਸੀਂ ਇਕੱਠੇ ਨਾਚ ਗਾਣਾ ਕਰ ਲਵਾਂਗੇ ਤੇ ਰਹੀ ਗੱਲ ਨੋਟਾਂ ਦੀ ਰੋਕ ਨੋਟਾਂ ਦਾ ਅਸੀਂ ਵਾਰ ਦਿਆਂਗੇ ਤੇਰੀ ਮੈਂ ਸਾਰਿਆਂ ਨੂੰ ਓਏ ਚੱਕਾ ਮੈਂ ਨਾ ਤੂੰ ਆ ਗਿਆ ਮੈਂ ਨਹੀਂ ਕਰਾ ਸਰਪੰਚ ਨੂੰ ਸਾਥ ਰਾਜੂ ਨਾਲੇ ਮਾਂ ਸਿੰਘ ਨੂੰ ਕਰਾ ਦਾਦਾ ਤੈਨੂੰ ਮੈਂ ਤੇਰੀ ਬਾਤ ਹੋ ਰਹੀ ਆ ਨਾ ਤਾਂ ਬਾਕੀਆਂ ਵਾਂ ਨੱਚਦਾ ਲਿਆ ਅੱਜ ਮੈਂ ਤੇਰਾ ਨਾਪ ਲਈ ਰਵਾਂ ਓਏ ਛੱਡੋ ਮਨ ਬਰਾ ਦੇ ਤੈਨੂੰ ਜਰਾ ਆਖਰ ਵੀ ਤਾਂ ਨਾਪ ਲਈ ਹੋਣਾ ਚਾਹੀਦਾ अब क्या लिया आज मैं तेरा नाप नहीं रवा ਮੈਂ ਕਿਹਾ ਤੇਰਾ ਵਦੀ ਇੱਥੇ ਖੜ ਜਾ आज मेरा खुद के दे जाना ठीक था
ਸਾਡਾ ਸੀਨੀਅਰ ਕਲਾਕਾਰ ਪਿੰਦਰ ਵੀ रेणु बांसल एक इंग्लिश के एमए है, बीएड है, एक सीनियर स्टडीज स्कूल में इंग्लिश के लेक्चरर है और साडी टीम दी सीनियर कलाकारा है रमन अमलो तो आंदी है बॉबी का किरदार कीता इस नाटक विच साडी सीनियर कलाकारा है दीपक नाथ जोरदार तालियां संगत और बढ़िया प्रोजेक्शन करता इस फगवाड़ा शहर में जदों आया तो जितना भी साडे थिएटर में आया बहुत सारे नाटकों में मेन रोल कर चुका है दीपक मल्होत्रा सरदार का रोल कीता आपने सरदार ने बहुत खुशी निभाया और बहुत बड़ा डायरेक्टर है बहुत सारिया मूवी बहुत सारे नाटकों का निर्देशन कर चुका है संदीप सीनियर कलाकार बहुत बड़ा एक्टर है बड़े सालों तो आजाद रंगमंच में जुड़िया हुआ है नीलम हांडा जी टीवी के कलाकार हैं अक्सर जी टीवी से जी पंजाबी के नाटक चल रहा है सत प्रकाश सिंह सत्तू जी सरपंच के रोल में निभाया लखा नार साडा सीनियर कलाकार है देव मेरे जोरदार ताड़ियां बहुत बढ़िया आर्टिस्ट है और बड़े गुणों का मालिक है एक कवि है और एक बहुत बड़ा सिंगर है शॉर्ट मूवी बहुत तकरीबन रोज ही मोबाइल पे पाता है ललित साडा सीनियर कलाकार जोरदार ताड़ियां परमिंदर मंडाली के नाम पे मंडाली की कमान ने बड़ा साउंड जम के आजाद रंगमंच के हवाले कर दिता जिन्हों कदी सुच्चा बनना पैदा है कदे खुरांट थानेदार ते कदे खुरांट लंबरदार पीछे भी बहुत कम होता है पवन तेरे सियासत के रोज पवन विवेक रमन साडा सीनियर कलाकार समाज है जुगड़ी के रोल में साडा कलाकार नर्सरी में सिपाही सी जगह का आजाद रंगमंच की कलाकारा है वर्ल्ड लेवल दियां कॉन्फ्रेंसां साडे नाल बारियां स्टेटां विच भी जा चुकी है सीरत सूरत सोने साडे परिवार दियां बच्चियां हैं और अक्सर साडे नाटकां विच बाल कलाकार दे रोल करदियां हैं एजुकेशन डिपार्टमेंट में काम करते हैं मास्टर सुरेंद्र जी जिससे म्यूजिक के सन रमन अमलो कमनो बांसल साडी टीम के डायरेक्टर हैं बहुत सारे नाटकों में फिल्मां के निर्देशन करते हैं तारीवाल जी दो बोल साडे ना साझे करेंगे केवल तारीवाल बहुत बड़ा नाम है नाटक तो बात भूलना वैसे सब तो बड़ा पाप होता है तुझे आज पहली बार इतने बुलाया ये पाप ना कराया करो है ना नाटक में बहुत सोहना बहुत खूबसूरत ਤੁਹਾਡੀ बड़ी मेहनत है बड़े ही वधिया मैं रेनू ਨੂੰ ਅੱਜ ਦੇਖਿਆ ਇਹ ਕਮਾਲ ਦੀ ਅਦਾ ਕਰ ਰਿਹਾ ਹੈ ਜ਼ਿਆਦਾ ਅੱਛੀ बहुत खूबसूरत स्क्रिप्ट डॉक्टर सुरेंद्र कुमार होरां दी और सब तो खूबसूरत है एटीट्यूड बहुत खूबसूरत एटीट्यूड मैं चाहता हूं कि मैं हैरान हाँ कि तुसी चित्तर च मंगल आया इंडी मैं पिंड भी देख के आया सी जरा ऊपर थिएटर सी पर अजिहे जरूरी लोग अजिहे सिरण वाले लोग ਜਿਹੜੇ ਰੰਗਮੰਚ ਨੂੰ ਪਰਨਾਏ ਹੋਏ ਆ ਇਹਨਾਂ ਨੂੰ ਸਲਾਮ ਕਰਨਾ ਬਣਦਾ ਹੈ ਅਸਲੀ ਜਿਹੜਾ ਰੰਗਮੰਚ ਦਾ ਸਨਮਾਨ ਹੈ ਇਹ ਕਿ ਜਿਹੜੇ ਲੋਕ ਜ਼ਿੰਦਗੀ ਨੂੰ ਇਸ ਤਰ੍ਹਾਂ ਪਰਨਾਏ ਹੋਏ ਆ ਮੈਨੂੰ ਇਹ ਜਦੋਂ ਲੋਈ ਦੇ ਪਾਈ ਤਾਂ ਮੈਂ ਲਾਈ ਨਹੀਂ
क्योंकि मेरे शागिर्द ने मेरा स्टूडेंट है तो एक स्टूडेंट वालों जो सन्मान दिता गया मैनूं, ये बहुत बड़ा सन्मान है कि वो सारियां ਜਿਹੜੀਆਂ अवार्ड फाउंडेशन के अवार्ड है उन्होंने सारे तो बड़ा अवार्ड है, ये बहुत निੱਘਾ अवार्ड है। तो जीते बसते रहो, इस तरह के रंगमंच के मेले लाते रहो। सच्ची गल है कि 2-3 सालों तो जिवें जगह बड़ी है। मैं बतौर पंजाब संगीत नाटक अकैडमी प्रधान मैं बहुत पिछले 6-7 सालों तो काम कर रहा, पर मेरे कोल राजविंदर बड़े लोग आए, बहुत पंजाबी रंगमंच के थिएटर के लोग भी सानू यह काम दे दो, यह काम दे दो, सानू नाटक करा लो, यह करा लो। रंजीत कदी नहीं है, कमाल की गल है यार, फिर भी इतना वधिया काम करी जा रहा कि बिना कोई सरकार की मदद तो मैनू शर्म आ रही है कि मैं इसकी मदद क्यों नहीं कर सकिया, भी ये क्यों नहीं, मैं क्यों नहीं कहा भी तू आ गया है ना। भी यह अजीब गल है कि सच्ची गल है, रचे पुजे रंगमंच वाले भी वो आ जाते साढ़े को एप्लीकेशन लैके भी सानू यह दे दो, यह दे दो, यह दे दो। ये मुंडा इतनी मेहनत कर रहा, यानी घर फूक के तमाशा देखने वाली गल है, जितना जबरदस्त काम कर रहा। यह काम करना किसी किसी के हिस्से होता है, यानी ये मेरे वर्गे भी ये काम नहीं कर सके, ये किसी किसी के हिस्से होता, जनूनिया के हिस्से होता है। रंगमंच सचमुच ही रंगमंच बहुत कुछ देता है। असी कई लोग शिकायत करते हैं बाद में रंगमंच ने सानू की दिता। रंगमंच जो देता है वो दसिया नहीं जा सकता, वो लिखिया नहीं जा सकता, वो कोई शब्द नहीं करे जा सकता। मैं समझदा कि साडे वर्गे लोगों का असली सन्मान ये कि जदों असीं अपने स्टूडेंट को, अपने शागिर्द को, इन्हां नौजवानों को, अगली पीढ़ी के काम करने वाले लोगों को देखते हैं कि इन्ना खूबसूरत काम कर रहे हैं। तुसीं एक जगह क्रिएट की है। रंगमंच का असली मकसद जिहड़ा ये तुसीं हल किया है, तुसीं बनाया है सारा कुछ। और ये पंजाब के हिस्से आया वर्मा साहब, मैं हिंदुस्तान की हर स्टेट च मैं नाटक खेले, हर स्टेट च मैं गया, बड़े मुल्कों च गया, पर अपने बलबूते ते बहुत घट लोग ने जिन्होंने रंगमंच भवन बनाए, पर साढ़े पंजाब वालों के हिस्से आ। पंजाबियों ने बहुत सारी जगह के उत्ते पंजाब दे विच रंगमंच भवन बनाए बिना सरकार की मदद तो, ते ओहदे विच गबरू के हिस्से आए, इन्हें 2 बनाए, इन्हें पिंड च भी बनाया, इन्हें शहर च भी बनाया। सन्मान इतना ही पा के मैं अमृतसर तक चलिया वा, तो मैं ये नहीं कहूँगा कि तू अमृतसर आएगा मैं तेनों सन्मान देंगा उत्थे, मैं तेरा सन्मान लैके इस जगह ते आवांगा। तेरा सन्मान तेरे आएगा, तेरे काम करके आएगा, इस समुची टीम का सन्मान इत्थे आएगा। सो जीते वास्ते रहो, काम करते रहो। अगे भी जे मैं होर भी अगे लंबा समा मैं प्रधान रहा संगीत नाटक अकैडमी का, तो यानी पता नहीं ना होता सरकारों का उन्हें कदों ला देना कदों की कर देना, तो मैं तो जे मैं नाम ही प्रधान रहा तो भी प्रधान होता वा है भी असीं मेले लाते रहांगे। सो वो प्रधान मैं होवा ना होवा तां भी असीं रंगमंच के मेले लाते रहांगे। मैनूं तो एक होर स्पेस लभ गई, मैं कभी भी मेरा हुंदा सी कि इस शहर च भी इस शहर च भी आएगा, फगवाड़े च कुछ नहीं है, इत्थे भी स्पेस लभ गई एक। सो हुण असीं वड्डे वड्डे मेले लाते रहांगे और तुहाडे कोल बड़ी जबरदस्त टीम है, छोटे बच्चों तो लैके वड्डियां तक सारे इत्थे बैठे और जबरदस्त ऑडियंस है। यानी मैनूं समझ नहीं आ रही कि मैं इस कितने खूबसूरत शब्द होर कहूँ। शब्द छोटे पै जाते हैं जदों तुसीं इहो जिहे काम करते हो। ये वड्डा काम है गबरू जिहड़ा तूं कीता है। सो मेरिया दुआवां, मेरा आशीर्वाद और मैं जो भी कर सकिया मैनूं ही पता, पर मैं कोई MLA या कोई मंत्री तो नहीं, पर मैनूं पता मैं की कर सकदा, मैं जरूर करांगा उस सारा कुछ। दो बड़ियां हस्तियां होर बैठियां, सिर्फ अपना इंट्रोड्यूस
ਕਰਨਾ ਤੇ ਉਹਨਾਂ ਨੂੰ ਗੁਜ਼ਾਰਿਸ਼ ਕਰਨੀ ਹੈ ਕਿ ਮੰਚ ਤੇ ਆ ਕੇ ਸਾਡੇ ਕਲਾਕਾਰ ਮੈਂ ਰੇੜੇ ਹੋਣਾ ਵਾ ਇੱਥੇ ਬਹਿ ਜਾਓ ਇੱਥੇ ਬੈਠ ਕੇ ਨਹੀਂ ਗੱਲ ਕਰਨੀ ਕੋਈ ਨਹੀਂ ਕੱਟ ਲਾ ਲਊਂਗਾ ਕੌੜੇ ਲਾਲਾ ਵੱਧ ਕਿਉਂ ਜਾਂਦਾ ਸਭ ਆ ਜਾਓ ਤੁਸੀਂ ਵੀ ਆ ਜਾਓ ਇੱਕ ਵਰਕਸ਼ਾਪ ਚ ਸਾਰੀ ਟੀਮ ਲੈ ਆ ਸਕਦੇ ਬਹੁਤ ਜ਼ਿਆਦਾ ਖਿੜ ਜਾਂਦੀ ਬਹੁਤ ਫੁੱਲ ਜਾਂਦੀ वेट करो हाँ सर जी वेट हाँ ऐसा ਠੀਕ ਹੈ ਸਾਰੇ ਜਣੇ ਬਾਏ ਬਾਏ ਕਰਦੇ ਹੋ ਜੀ ਲਾਸਟ ਮੂਵਮੈਂਟ ਠੀਕ ਹੈ ਜੀ ਓਕੇ ਸਾਰੇ